ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਖਬਰ ਪੜਤਾਲ ਲੈ ਕੇ। ਖਬਰ ਪੜਤਾਲ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਖਾਸ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ। ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਪਹਿਲਾਂ ਸਵਾਗਤ ਕਰਾਂਗੇ, ਫਿਰ ਮਸਲਿਆਂ ਦੇ ਬਾਰੇ ਵੀ ਬਾਤਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਗਗਨ ਜੀ ਤੁਹਾਡਾ। ਜੋ ਮਸਲੇ ਅੱਜ ਪ੍ਰੋਗਰਾਮ ਦੇ ਵਿੱਚ ਖਾਸ ਰਹਿਣਗੇ, ਕੇਂਦਰ ਸਰਕਾਰ ਦੇ ਵੱਲੋਂ ਹੁਣ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਗਈ ਹੈ। ਇਸ ਮਸਲੇ ਤੇ ਗੱਲਬਾਤ ਕਰਾਂਗੇ। ਰਾਜੋਆਣਾ ਦੇ ਮਾਮਲੇ ਨੂੰ ਇੱਕ ਵਾਰ ਫਿਰ ਤੋਂ ਤੂਲ ਦਿੱਤਾ ਜਾ ਰਿਹਾ। ਆਖਿਰਕਾਰ ਇਸ ਮਾਮਲੇ ਦੇ ਵਿੱਚ ਨਵਾਂ ਕੀ ਹੈ, ਇਸ ਤੇ ਵੀ ਚਰਚਾ ਰਹੇਗੀ। ਰਵਨੀਤ ਬਿੱਟੂ ਦਾ ਬਿਆਨ ਵੀ ਇਸ ਮਾਮਲੇ ਨੂੰ ਲੈ ਕੇ, ਉਸ ਤੇ ਵੀ ਚਰਚਾ ਕਰਾਂਗੇ। ਬ੍ਰਿਟੇਨ ਦੇ ਮੈਂਬਰ ਪਾਰਲੀਮੈਂਟਾਂ ਦੇ ਵੱਲੋਂ 100 ਨਾਮਾਂ ਦੇ ਨਾਲ ਇੱਕ ਚਿੱਠੀ ਦਿੱਤੀ ਗਈ ਹੈ, ਉਸ ਤੇ ਵੀ ਚਰਚਾ ਕਰਾਂਗੇ। ਰਾਘਵ ਚੱਡਾ ਦੀ ਪ੍ਰੈਸ ਕਾਨਫਰੰਸ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਦੇ ਇੱਕ ਵਿਧਾਇਕ ਦਾ ਕਿਸਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਹੈ, ਉਸ ਤੇ ਵੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਡੱਲਾ ਜੀ, ਸਭ ਤੋਂ ਪਹਿਲਾਂ ਵਧੀਏ ਤਾਂ ਕੇਂਦਰ ਸਰਕਾਰ ਹੁਣ ਲਗਾਤਾਰ ਹੱਥ ਪੈਰ ਮਾਰ ਰਹੀ ਹੈ ਇਹਨਾਂ ਖੇਤੀ ਕਾਨੂੰਨਾਂ ਨੂੰ ਹੱਲ ਕਰਾਉਣ ਦੇ ਲਈ। ਅਕਾਲ ਤਖਤ ਸਾਹਿਬ ਤੱਕ ਪਹੁੰਚ ਹੋ ਗਈ, ਇਹਨੂੰ ਕਿੱਦਾਂ ਵੇਖ ਰਹੇ? ਦੇਖੋ, ਪਤਾ ਇਹ ਲੱਗਿਆ ਜਿਹੜੀਆਂ ਵੱਖ-ਵੱਖ ਸੋਸ਼ਲ ਮੀਡੀਆ ਨਿਊਜ਼ ਵੈਬਸਾਈਟਸ ਨੇ, ਉਹਨਾਂ ਦੇ ਉੱਪਰ ਇਹ ਜਾਣਕਾਰੀ ਕਾਫੀ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ ਕਿ ਕੇਂਦਰ ਸਰਕਾਰ ਨੇ ਆਪਣੇ ਪੱਧਰ ਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ। ਸਾਨੂੰ ਪਤਾ ਹੈ ਕਿ ਇੱਕ ਧਾਰਮਿਕ ਆਗੂ ਦੀ ਵੀ ਮੁਲਾਕਾਤ ਹੋਈ ਸੀ ਕੁਝ ਦਿਨ ਪਹਿਲਾਂ। ਇਹ ਵੀ ਪਤਾ ਲੱਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜ਼ਰੀਏ ਵੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ ਗਗਨ, ਉਹ ਚਾਹੁੰਦੀ ਹੈ ਕਿ ਅਸੀਂ ਉਹਨਾਂ ਦੇ ਜ਼ਰੀਏ ਵੀ ਇਸ ਮਸਲੇ ਨੂੰ ਹੱਲ ਕਰੀਏ। ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਅਗਰ ਜਾਂ ਪੰਜਾਬੀ 'ਚ ਕਹੀਏ ਕਿ ਦੋਵਾਂ ਧਿਰਾਂ ਦੇ ਇੱਕ ਸਾਂਝੀ ਧਿਰ ਦੇ ਤੌਰ ਦੇ ਉੱਤੇ ਅਗਰ ਇਸ ਪੂਰੇ ਕਿਸਾਨ ਅੰਦੋਲਨ ਅਤੇ ਸਰਕਾਰ ਦੇ ਵਿਚਕਾਰ ਕੜੀ ਬਣਨ, ਤਾਂ ਵੀ ਇਹ ਮਸਲਾ ਜਿਹੜਾ ਹੈ ਆਸਾਨੀ ਨਾਲ ਨਿਬੜ ਸਕਦਾ। ਅਸਲ 'ਚ ਦੇਖੋ, ਸਰਕਾਰ ਵੀ ਕਿਸਾਨਾਂ ਨੂੰ ਬਾਰ-ਬਾਰ ਗਗਨ ਇਹ ਸੁਝਾਅ ਦੇ ਰਹੀ ਹੈ ਕਿ ਤੁਸੀਂ ਕਮੇਟੀ ਛੋਟੀ ਕਰ ਲਓ। ਕੇਂਦਰ ਸਰਕਾਰ ਨੂੰ ਇਹ ਲੱਗਦਾ ਹੈ ਕਿ 40 ਜਥੇਬੰਦੀਆਂ ਦੇ ਆਗੂ ਨੇ, ਅਗਰ 3 ਜਾਂ 4 ਮੈਂਬਰੀ ਕਮੇਟੀ ਹੋਵੇ ਤੇ ਗੱਲ ਨਿਬੜ ਸਕਦੀ। ਕਿਉਂਕਿ ਕੇਂਦਰ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਅਸੀਂ ਸਮਝਾ ਬੁਝਾ ਕੇ ਮਸਲਾ ਨਿਬੇੜ ਲਈਏ ਔਰ ਖੇਤੀ ਕਾਨੂੰਨ ਸਾਨੂੰ ਰੱਦ ਨਾ ਕਰਨੇ ਪੈਣ। ਅਗਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਨੇ ਹੁੰਦੇ ਗਗਨ, ਮੈਨੂੰ ਲੱਗਦਾ ਹੈ ਹੁਣ ਤੱਕ ਕਰ ਦੇਣੇ ਸੀ। ਪਰ ਕਿਉਂਕਿ ਹੁਣ ਕਿਸਾਨ ਨੇ ਜਿਹੜੇ, ਉਹ ਆਪਣੀ ਅਗਲੀ ਰਣਨੀਤੀ ਕੀ ਬਣਾਉਂਦੇ ਨੇ। ਅਗਰ ਕਿਸਾਨ ਸਰਕਾਰ ਨਾਲ ਗੱਲਬਾਤ ਛੱਡ ਗਏ, ਮੈਨੂੰ ਬਹੁਤ ਵੱਡੀ ਸੰਭਾਵਨਾ ਲੱਗਦੀ ਹੈ ਗਗਨ ਕਿ ਸਰਕਾਰ ਨਾਲ ਗੱਲਬਾਤ ਕਿਸਾਨ ਛੱਡ ਸਕਦੇ ਨੇ। ਅਗਲੇ 1-2 ਦਿਨਾਂ ਦੇ ਵਿੱਚ ਕਿਸਾਨ ਮੀਟਿੰਗ ਕਰਕੇ ਫੈਸਲਾ ਲੈ ਲੈਣਗੇ ਕੋਈ ਨਾ ਕੋਈ। ਅਗਰ ਕਿਸਾਨਾਂ ਨੇ ਇਹ ਤੈਅ ਕਰ ਲਿਆ ਵੀ ਅਸੀਂ ਹੁਣ ਸਰਕਾਰ ਨਾਲ ਗੱਲ ਨਹੀਂ ਕਰਨੀ ਤੇ ਸਾਡੀ ਮੰਗ ਸਿਰਫ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਹੈ, ਜਦੋਂ ਤੁਸੀਂ ਖੇਤੀ ਕਾਨੂੰਨ ਰੱਦ ਕਰ ਦੋਗੇ ਅਸੀਂ ਆਪਣੇ ਘਰਾਂ ਨੂੰ ਚਲੇ ਜਾਵਾਂਗੇ, ਤੇ ਫਿਰ ਸਰਕਾਰ ਕੀ ਕਰੂਗੀ? ਮੈਨੂੰ ਇਹ ਲੱਗਦਾ ਕਿ ਕਿਸਾਨ ਸਰਕਾਰ ਨਾਲ ਮੀਟਿੰਗ ਦਾ ਬਾਇਕਾਟ ਨਾ ਕਿਤੇ ਕਰ ਦੇਣ, ਕਿਉਂਕਿ ਬਹੁਤ ਕਿਸਾਨ ਜਥੇਬੰਦੀਆਂ ਦੀ ਇਹ ਗੱਲ ਚਰਚਾ 'ਚ ਆ ਗਈ ਹੈ ਵੀ ਅਸੀਂ ਹੁਣ ਮੀਟਿੰਗ ਤੇ ਨਹੀਂ ਜਾਣਾ। ਕਿਉਂਕਿ ਜਦੋਂ ਅਸੀਂ ਮੀਟਿੰਗ ਤੇ ਜਾਂਦੇ ਹਾਂ, ਕਿਸਾਨ ਕਹਿੰਦੇ ਤੇ ਸਰਕਾਰ ਕਹਿਣ ਲੱਗ ਜਾਂਦੀ ਆਪਾਂ ਬਿੰਦੂਵਾਰ ਚਰਚਾ ਕਰਦੇ ਹਾਂ, ਤੁਸੀਂ ਕੋਈ ਰਸਤਾ ਸੁਝਾਓ। ਤੇ ਜਾਂ ਉਹ ਸਾਨੂੰ ਕਹਿੰਦੇ ਨੇ ਤੁਸੀਂ ਸੁਪਰੀਮ ਕੋਰਟ ਤੇ ਭਰੋਸਾ ਰੱਖੋ। ਭਰੋਸਾ ਸਾਰਿਆਂ ਨੂੰ ਹੈ ਸੁਪਰੀਮ ਕੋਰਟ ਤੇ, ਪਰ ਕਿਸਾਨ ਕਹਿੰਦੇ ਕਿ ਇਹ ਮਸਲਾ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਔਰ ਕੇਂਦਰ ਸਰਕਾਰ ਦੇ ਹੱਥ 'ਚ ਸਾਰਾ ਫੈਸਲਾ ਹੈ। ਸੁਪਰੀਮ ਕੋਰਟ ਤੱਕ ਕਹਿੰਦੇ ਅਸੀਂ ਤਾਂ ਜਾਈਏ ਜਦੋਂ ਕੇਂਦਰ ਸਰਕਾਰ ਦੇ ਹੱਥੋਂ ਗੱਲ ਨਿਕਲ ਜੇ। ਹੁਣ ਭਾਰਤ ਦੀ ਸਰਕਾਰ ਕੀ ਚਾਹੁੰਦੀ ਹੈ ਵੀ ਕਿਤੇ ਨਾ ਕਿਤੇ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਣੀ ਅਗਰ ਵਿੱਚ ਆ ਜਾਣ ਇਸ ਪੂਰੇ ਮਾਮਲੇ ਨੂੰ ਨਿਪਟਾਉਣ ਦੇ, ਤੇ ਇਹ ਗੱਲ ਨਿਬੜ ਸਕਦੀ ਹੈ। ਪਰ ਪਤਾ ਇਹ ਲੱਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਹੁਣੀ, ਜਦੋਂ ਪੱਤਰਕਾਰਾਂ ਨੇ ਸਵਾਲ ਵੀ ਕੀਤੇ ਨੇ, ਉਹਨਾਂ ਨੇ ਸਪਸ਼ਟ ਇਨਕਾਰ ਕਰ ਦਿੱਤਾ। ਉਹ ਕਹਿੰਦੇ ਮੈਂ ਕੇਂਦਰ ਸਰਕਾਰ ਔਰ ਕਿਸਾਨਾਂ ਦੇ ਵਿੱਚ ਨਹੀਂ ਆਉਣਾ, ਕਿਸਾਨਾਂ ਦਾ ਮਸਲਾ ਹੈ, ਕਿਸਾਨ ਸਿੱਧੀ ਗੱਲ ਕਰ ਰਹੇ ਨੇ। ਸਾਨੂੰ ਇਹ ਵੀ ਪਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਸੀ ਕਿ ਸੰਘਰਸ਼ਸ਼ੀਲ ਕਿਸਾਨ ਹੱਕ ਤੇ ਸੱਚ ਦੀ ਜਿਹੜੀ ਜਦੋਜਹਿਦ ਕਰ ਰਹੇ ਨੇ, ਸੋ ਉਹਨਾਂ ਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ, ਸਮਰਥਨ ਦੇਣਾ ਚਾਹੀਦਾ। ਇਹ ਵੀ ਗਗਨ ਆਪਾਂ ਨੂੰ ਪਤਾ ਬਿਲਕੁਲ। ਹੁਣ ਉਹ ਸਾਫ਼ ਤੌਰ ਤੇ ਕੇਂਦਰ ਸਰਕਾਰ ਦੀ ਕਿਸੇ ਸੱਦੇ ਤੇ ਵਿਚਕਾਰ ਵਾਲੀ ਭੂਮਿਕਾ ਨਹੀਂ ਨਿਭਾਉਣਗੇ, ਉਹ ਕਿਸੇ ਦੋਵਾਂ ਧਿਰਾਂ ਨੂੰ ਸਮਝਾਉਣ ਵਾਲੀ ਭੂਮਿਕਾ ਨਹੀਂ ਨਿਭਾਉਣਗੇ, ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ। ਸੋ ਅਜਿਹੇ ਮਾਮਲੇ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਭਾਵੇਂ ਉੱਪਰੋਂ ਕੇਂਦਰ ਸਰਕਾਰ ਕਹੀ ਜਾਂਦੀ ਅਸੀਂ ਕਾਨੂੰਨ ਰੱਦ ਨਹੀਂ ਕਰਨੇ, ਪਰ ਸਰਕਾਰ ਇਹ ਗੱਲ ਤੋਂ ਚਿੰਤਾ 'ਚ ਹੈ ਕਿ ਇਸ ਅੰਦੋਲਨ ਨੂੰ ਕਿਵੇਂ ਖਤਮ ਕੀਤਾ ਜਾਵੇ। ਔਰ ਦੂਜੀ ਰਣਨੀਤੀ ਹੈ ਇਹਦੇ ਤੇ, ਉਹ ਇਹ ਹੈ, ਦੇਖੋ ਜਦੋਂ ਦੇ ਗਰੇਵਾਲ ਤੇ ਸੁਰਜੀਤ ਜਿਆਣੀ ਪ੍ਰਧਾਨ ਮੰਤਰੀ ਔਰ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ, ਉਹਨਾਂ ਦੇ ਬੋਲਣ ਦਾ ਲਹਿਜ਼ਾ ਤਿੱਖਾ ਹੋ ਗਿਆ ਥੋੜ੍ਹਾ। ਸੁਰਜੀਤ ਜਿਆਣੀ ਉਹਨਾਂ ਦੀ ਆਪਾਂ ਗੱਲ ਵੀ ਸੁਣਾਉਂਦੇ ਹਾਂ। ਸੁਰਜੀਤ ਜਿਆਣੀ ਹੋਣੀ ਪਤਾ ਕੀ ਕਹਿੰਦੇ ਜਿਹੜੇ ਇਹ ਲੀਡਰ ਨੇ ਇਹ ਪੋਲੀਟੀਕਲ ਪਾਰਟੀ ਬਣਾਉਣਾ ਚਾਹੁੰਦੇ ਨੇ। ਸੁਰਜੀਤ ਜਿਆਣੀ ਹੋਣੀ ਕਹਿੰਦੇ ਤੁਸੀਂ ਦੱਸੋ
ਮੈਂ ਕਹਿੰਦਾ ਬਣਾਉਣੀ ਚਾਹੁੰਦੇ ਵੀ ਹੁਣ ਪੋਲੀਟੀਕਲ ਪਾਰਟੀ ਕਿਸਾਨ ਸਾਡੇ ਉਹ ਅੰਨਦਾਤਾ ਨੇ। ਬਾਕੀਆਂ ਨੂੰ ਕਿਹੜਾ ਕੋਈ ਸੋਨੇ ਦੇ ਪਰ ਲੱਗੇ ਨੇ ਜੀ ਜਿਨ੍ਹਾਂ ਨੇ ਪੋਲੀਟੀਕਲ ਪਾਰਟੀਆਂ ਬਣਾਈਆਂ? ਬਿਲਕੁਲ ਹੈ ਜੀ। ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਅਕਾਲੀ ਦਲ, ਇਹਨਾਂ ਨੂੰ ਕਿਹੜਾ ਕੋਈ ਸੁਰਖਾਵ ਦੇ ਪਰ ਲੱਗੇ ਨੇ? ਸੁਰਖਾਵ ਦੇ ਪਰ ਕਹਿੰਦੇ ਹੁੰਦੇ ਨੇ ਜੀ। ਹੁਣ ਉਹ ਵੀ ਅਗਰ ਉਹ ਪੋਲੀਟੀਕਲ ਪਾਰਟੀਆਂ ਬਣਾ ਸਕਦੇ ਨੇ ਤੇ ਸਾਡੇ ਕਿਸਾਨ ਕਿਉਂ ਨਹੀਂ ਪੋਲੀਟੀਕਲ ਪਾਰਟੀ ਬਣਾ ਸਕਦੇ? ਇਹ ਕਹਿ ਦੇਣਾ ਕਿ ਇਹ ਲੀਡਰ ਨੇ ਜਿਹੜੇ ਪੋਲੀਟੀਕਲ ਪਾਰਟੀ ਬਣਾਉਣਾ ਚਾਹੁੰਦੇ ਨੇ, ਇਹਨਾਂ ਦੀ ਮਨਸ਼ਾ ਇਹ ਹੈ, ਇਹਨਾਂ ਨੇ ਕਿਸਾਨ ਗੁੰਮਰਾਹ ਕਰਤੇ। ਕਿਸਾਨ ਗੁੰਮਰਾਹ ਕੋਈ ਨਹੀਂ ਹੋਏ। ਕਿਸਾਨਾਂ ਦੇ ਖੇਤ 'ਚ ਕਦੀ ਜਾ ਕੇ ਦੇਖੋ, ਉਹਨਾਂ ਨੂੰ ਆਲੂ ਵੀ ਬੀਜਣੇ ਆਉਂਦੇ ਨੇ ਤੇ ਮੂਲੀ ਵੀ ਪੱਟਣੀ ਆਉਂਦੀ। ਸੋ ਇਸ ਕਰਕੇ ਇਹ ਕਹਿ ਦੇਣਾ, ਇਹ ਸੁਰਜੀਤ ਜਾਨੀ ਉਹਨਾਂ ਦਾ ਜਿਹੜਾ ਇਹ ਬਿਆਨ ਸੀ, ਇਹ ਮੈਨੂੰ ਲੱਗਦਾ ਇੱਕ ਨਵੀਂ ਰਣਨੀਤੀ ਦਾ ਹਿੱਸਾ ਹੈ ਕਿ ਲੋਕਾਂ ਔਰ ਕਿਸਾਨਾਂ 'ਚ ਭੁਲੇਖਾ ਪਾ ਦਿਓ। ਲੋਕਾਂ 'ਚ ਇਹ ਸੁਨੇਹਾ ਚੱਲ ਜੇ, ਪੋਲੀਟੀਕਲ ਪਾਰਟੀਆਂ 'ਚ ਇਹ ਸੁਨੇਹਾ ਚੱਲ ਜੇ ਵੀ ਇਹ ਤਾਂ ਸਿਆਸਤ ਕਰਨਾ ਚਾਹੁੰਦੇ ਨੇ। ਸਿਆਸਤ ਕਰਨਾ ਵੀ ਚਾਹੁੰਦੇ ਹੁਣ, ਉਹ 'ਚ ਕੋਈ ਬੁਰਾਈ ਨਹੀਂ। ਸਾਡੇ ਭਾਰਤ ਦਾ ਲੋਕਤੰਤਰ ਅਧਿਕਾਰ ਦਿੰਦਾ ਕਿਸੇ ਨੂੰ ਵੀ ਚੋਣ ਲੜਨ ਦੀ। ਸਾਡੇ ਦੇਸ਼ ਦੀ ਸਿਆਸਤ ਪਤਾ ਕੀ ਹੈ ਗਗਨ? ਕਹਿੰਦੇ ਵੱਡੇ ਸੁਧਾਰ ਕਰਨੇ, ਖੇਤੀ ਕਾਨੂੰਨਾਂ 'ਚ ਸੁਧਾਰ ਕਰਨ ਦੇ ਨਾਲ ਨਾਲ ਪੋਲਿਟਿਕਸ 'ਚ ਵੀ ਸੁਧਾਰ ਕਰ ਲਓ। ਹੈ ਜੀ। ਸਾਡੇ ਮੁਲਕ 'ਚ 5-5, 6-6, 8-8, 9-9 ਪਾਸ ਅਨਪੜ੍ਹ ਵੀ ਚੋਣਾਂ ਲੜੀ ਜਾਂਦੇ ਨੇ ਔਰ ਪੜ੍ਹੇ ਲਿਖਿਆਂ ਤੇ ਅਫਸਰਾਂ ਦੇ ਉੱਤੇ ਅਫਸਰੀ ਕਰੀ ਜਾਂਦੇ ਨੇ। ਹੈ ਜੀ। ਅਨਪੜ੍ਹ ਬੰਦੇ ਅਫਸਰਾਂ ਤੋਂ ਕੰਮ ਲੈਂਦੇ ਨੇ ਸਾਡੇ ਮੁਲਕ 'ਚ, ਕਿਉਂਕਿ ਇਹ ਪ੍ਰਥਾ ਇਹੋ ਜਿਹੀ ਹੈ ਕਿ ਸਰਕਾਰ 'ਚ ਕੋਈ ਵੀ ਆ ਸਕਦਾ ਹੈ। ਸੋ ਜੇ ਅਨਪੜ੍ਹ ਬੰਦੇ ਮੰਤਰੀ ਬਣ ਸਕਦੇ ਨੇ ਸਾਡੇ ਮੁਲਕ 'ਚ, MLA ਬਣ ਸਕਦੇ ਨੇ ਅਨਪੜ੍ਹ ਬੰਦੇ ਜਾਂ ਘੱਟ ਪੜ੍ਹੇ ਲਿਖੇ ਬੰਦੇ। ਅਨਪੜ੍ਹ ਬੰਦੇ ਜਾਂ ਘੱਟ ਪੜ੍ਹੇ ਲਿਖੇ ਬੰਦੇ, ਮੈਂ ਇਹ ਨਹੀਂ ਕਹਿੰਦਾ ਕਿ ਸਮਝਦਾਰ ਨਹੀਂ ਹੁੰਦੇ, ਸਮਝਦਾਰ ਹੁੰਦੇ ਹੈ, ਪਰ ਮੈਂ ਗੱਲ ਪ੍ਰਕਿਰਿਆ ਦੀ ਕਰਦਾ। ਜੇ ਇੰਨਾ ਕੁਝ ਉਹ ਕਰ ਸਕਦੇ ਨੇ ਤੇ ਕਿਸਾਨ ਪੋਲੀਟੀਕਲ ਪਾਰਟੀ ਕਿਉਂ ਨਹੀਂ ਬਣਾ ਸਕਦੇ ਜੀ? ਪੜ੍ਹੇ ਲਿਖੇ ਕਿਸਾਨ ਨੇ, ਡਿਗਰੀਆਂ ਵਾਲੇ। ਮੇਰੇ ਵਾਂਗ ਘੱਟ ਪੜ੍ਹੇ ਲਿਖੇ ਵੀ ਨੇ ਕਿਸਾਨ, ਬਿਲਕੁਲ ਨਾ ਪੜ੍ਹੇ ਲਿਖੇ ਵੀ ਕਿਸਾਨ ਨੇ। ਸਾਡੇ ਬਹੁਤੇ ਸਾਡੇ ਬਜ਼ੁਰਗ ਉਦੋਂ ਤਾਂ ਸਕੂਲ ਵੀ ਨਹੀਂ ਸੀ ਹੁੰਦੇ ਜਦੋਂ ਦੇ ਉਹ ਖੇਤੀਆਂ ਕਰਦੇ ਆ। ਹੈ ਜੀ। ਬਿਲਕੁਲ। ਨਾਲੇ ਖੇਤੀਬਾੜੀ ਕਿਸਾਨਾਂ ਨੇ ਕਿਤਾਬਾਂ ਤੋਂ ਨਹੀਂ ਸਿੱਖੀ, ਖੇਤੀਬਾੜੀ ਕੁਦਰਤ ਨੇ ਸਿਖਾਤੀ ਜੀ। ਸੋ ਇਸ ਕਰਕੇ ਜਿਹੜੀ ਇੱਕ ਬਦਲੀ ਹੋਈ ਰਣਨੀਤੀ ਦੇ ਨਾਲ ਵੀ ਬੀਜੇਪੀ ਦੇ ਲੀਡਰ ਇਸ ਅੰਦੋਲਨ ਨੂੰ ਟਾਰਗੇਟ ਕਰ ਰਹੇ ਨੇ। ਹੁਣ ਬੜੇ ਸੁਚੇਤ ਰਹਿਣ ਦੀ ਲੋੜ ਹੈ। ਉਹ ਠੀਕ ਉਸੇ ਤਰ੍ਹਾਂ ਹੋ ਰਿਹਾ ਜਿਵੇਂ ਕਾਂਗਰਸੀਆਂ ਨੇ ਵੀ ਅੰਨਾ ਹਜ਼ਾਰੇ ਦੇ ਅੰਦੋਲਨ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਸੀ ਆਪਣੀਆਂ ਰਣਨੀਤੀਆਂ ਦੇ ਨਾਲ। ਜੀ ਲੱਲਾ ਜੀ, ਇੱਥੇ ਜਿਆਣੀ ਹੁਣ ਦੇ ਸਵਾਲ ਤੋਂ ਇੱਕ ਹੋਰ ਗੱਲ ਵੀ ਸਾਫ਼ ਹੋ ਜਾਂਦੀ ਹੈ ਕਿ ਜਿਆਣੀ ਉਹਨਾਂ ਦੀ, ਸੌਰੀ ਮੈਂ ਤੁਹਾਡੀ ਗੱਲ ਕੱਟਤੀ, ਜਿਆਣੀ ਉਹਨਾਂ ਦੀ ਗੱਲ ਵੀ ਸੁਣਾ ਦਿਓ ਮਾੜੀ ਜੀ। ਹਾਂਜੀ ਕਰੋ ਸਵਾਲ। ਤੇ ਮੈਂ ਜਿਆਣੀ ਹੋਣ ਦੀ ਗੱਲ ਤੋਂ ਇਹ ਵੀ ਕਿਤੇ ਨਾ ਕਿਤੇ ਲੱਗ ਰਿਹਾ ਕਿ ਸਿਆਸੀ ਧਿਰਾਂ ਨੂੰ ਇਹ ਵੀ ਖਤਰਾ ਹੈ ਕਿ ਜੇ ਕਿਸਾਨੀ ਅੰਦੋਲਨ ਚੋਂ ਕੋਈ ਸਿਆਸੀ ਪਾਰਟੀ ਨਿਕਲਦੀ ਹੈ ਤਾਂ ਉਹਨਾਂ ਦੇ ਜਿਹੜਾ ਸਥਾਨ ਬਣਿਆ ਹੋਇਆ ਸਿਆਸਤ ਦੇ ਵਿੱਚ ਉਹਨੂੰ ਵੀ ਕਿਤੇ ਨਾ ਕਿਤੇ ਖਤਰਾ ਬਣਦਾ। ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ। ਪਹਿਲਾਂ ਜਿਆਣੀ ਉਹਨਾਂ ਦੀ ਇੱਕ ਵਾਰੀ ਗੱਲ ਮੈਂ ਕਹਿੰਦਾ ਤੁਸੀਂ ਸੁਣਾ ਦਿਓ, ਫਿਰ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ। ਬੈਠਕ ਹੋਈ ਹੈ, ਅਸੀਂ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਕੀਤੀ ਹੈ। ਅੱਜ 2-2.5 ਮਹੀਨੇ ਹੋ ਗਏ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਦੇ ਘਰੇ ਅੱਗੇ ਧਰਨੇ ਦਿੱਤੇ ਜਾ ਰਹੇ, ਅਬ ਸ਼ਬਦਾਵਲੀ ਵਰਤੀ ਜਾ ਰਹੀ ਹੈ, ਕਿੱਥੇ ਗੋਹੇ ਸਿੱਟੇ ਜਾ ਰਹੇ ਨੇ। ਇਹ ਲਾਅ ਐਂਡ ਆਰਡਰ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਹੈ ਨਹੀਂ। ਇਹਦੇ ਵਾਸਤੇ ਅਸੀਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਕਹਿ ਕੇ ਆਏ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬਹਾਲ ਕਰਾਇਆ ਜਾਵੇ। ਇਹ ਜਿਹੜੀ ਸਥਿਤੀ ਉੱਥੇ ਬਣੀ ਹੋਈ ਹੈ ਬੜੀ ਮਾੜੀ ਬਣੀ ਹੋਈ ਹੈ। ਕਿਸਾਨ ਜਥੇਬੰਦੀਆਂ ਸਟੇਜ ਤੇ ਕਹਿੰਦੀ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਘੇਰੋ। ਅਗਰ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਭਾਰਤੀ ਜਨਤਾ ਪਾਰਟੀ ਦੇ ਕਿਸੇ ਵਰਕਰ ਦਾ ਕੋਈ ਨੁਕਸਾਨ ਹੈ, ਘਰ ਦਾ ਨੁਕਸਾਨ ਹੋਇਆ, ਇਹ ਜਥੇਬੰਦੀਆਂ ਜ਼ਿੰਮੇਵਾਰ ਹੈ ਔਰ ਕੈਪਟਨ ਜ਼ਿੰਮੇਵਾਰ ਹੈ। ਸਰ ਫਿਰ ਗ੍ਰਹਿ ਮੰਤਰੀ ਦਾ ਪੂਰਾ ਕੀ ਉਹਨਾਂ ਦਾ ਰਿਐਕਸ਼ਨ ਸੀ? ਦੇਖੋ, ਗ੍ਰਹਿ ਮੰਤਰੀ ਜੀ ਨੂੰ ਆਪ ਦੀ ਅੱਛੀ ਨੌਲੇਜ 'ਚ ਗੱਲ ਕਰਕੇ ਉਹਨਾਂ ਨੇ ਆਪ ਦੀ ਗੱਲ ਜਿਹੜੀ ਹੈ ਜਿਸ ਤਰ੍ਹਾਂ ਆਫੀਸ਼ੀਅਲੀ ਕਰਨੀ ਹੈ ਉਹਨਾਂ ਨੇ ਉਹ ਕਰਨੀ ਹੈ। ਨਹੀਂ, ਕਿਸਾਨ ਆਗੂ ਦੇਖੋ ਜੀ, ਮੈਂ ਤਾਂ ਦੇਖ ਲਿਆ, ਸਾਨੂੰ 3 ਮਹੀਨੇ ਹੋ ਗਏ ਹਰਜੀਤ ਸਿੰਘ ਗਰੇਵਾਲ ਮੈਨੂੰ ਤਾਂ ਇਹਨਾਂ ਦੀ ਮਿੰਨਤਾਂ ਕਰਦੇ ਹੋਏ। ਇਹ ਫੋਨ ਵੀ ਨਹੀਂ ਚੱਕਦੇ, ਅਸੀਂ ਗੱਲ ਕਰਾਉਣੀ 'ਚ ਗੱਲ ਨਹੀਂ ਚਾਹੁੰਦੇ, ਕੋਈ ਇਹਨਾਂ ਦੀ ਨੀਅਤ ਹੀ ਨਹੀਂ ਹੈ। ਇਹ ਝੂਠ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਡੀਆਂ ਜ਼ਮੀਨਾਂ ਚਲੀ ਜਾਣਗੀਆਂ, ਤੁਹਾਡੇ ਜ਼ਮੀਨਾਂ ਤੇ ਲੋਨ ਲੈ ਲਿੱਤੇ ਜਾਣਗੇ, ਇੰਨੀਆਂ ਗੱਪਾਂ ਮਾਰ ਕੇ ਲੋਕਾਂ ਨੂੰ ਇੱਥੇ ਲਿਆ ਕੇ ਸੜਕਾਂ ਤੇ ਛੱਡਤੇ ਔਰ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਸਾਰਾ ਦਿਨ ਇਹ ਮੀਟਿੰਗਾਂ ਕਰਦੇ ਨੇ। ਅਗਰ ਕਿਸਾਨ ਦੀ ਚਿੰਤਾ ਹੋਵੇ ਤਾਂ ਮੈਂ ਪਹਿਲੇ ਦਿਨ ਕਹੀ ਸੀ ਅੱਧੇ ਘੰਟੇ 'ਚ ਹੱਲ ਹੁੰਦਾ ਹੈ। ਅਗਰ ਕਿਸਾਨ ਦੀ ਚਿੰਤਾ ਨਹੀਂ, ਅਗਰ ਮੁੱਛ ਦਾ ਸਵਾਲ ਹੈ ਜਾਂ ਇਹਨਾਂ ਦੀ ਕੋਈ ਹੋਰ ਹਿੱਤ ਜਿਹੜਾ ਇਹ ਸੇਕਣਾ ਚਾਹੁੰਦੇ, ਮੈਨੂੰ ਤਾਂ ਲੱਗਦਾ ਹੈ ਇਹ ਕੋਈ ਪਾਰਟੀ ਬਣਾ ਕੇ ਇਲੈਕਸ਼ਨ ਲੜਨਾ ਚਾਹੁੰਦੇ ਨੇ। ਜਿਸ ਅੰਨੇ ਹਜ਼ਾਰੇ ਨੇ ਜਿਹੜਾ ਅੰਦੋਲਨ ਕੀਤਾ ਜੀ ਕੇਜਰੀਵਾਲ ਬਣ ਗਿਆ, ਕਾਸ਼ੀ ਰਾਮ ਨੇ ਅੰਦੋਲਨ ਕੀਤਾ ਜੀ ਮਾਇਆਵਤੀ ਬਣ ਗਈ। ਇਸ ਤਰ੍ਹਾਂ ਦੇ ਪਿੱਛੇ ਜਿਹੜੇ ਅੰਦੋਲਨ ਹੋਇਆ ਸੀ ਉਹਦੇ ਵਿੱਚ ਕੋਈ ਨਾ ਕੋਈ ਲੀਡਰ ਬਣ ਜਾਂਦਾ। ਇਹ ਇਸ ਤਰ੍ਹਾਂ ਦੀ ਸੋਚ ਲੈ ਕੇ ਕਾਮਰੇਡ ਜਿਹੜੇ ਕਮਿਊਨਿਸਟ ਇਹਨਾਂ ਦੇ ਨਾਲ ਨੇ ਔਰ ਕਮਿਊਨਿਸਟਾਂ ਦੇ ਬਾਰੇ ਮੈਂ ਕਹਿ ਚੁੱਕਿਆ ਕਿ ਜਿੱਥੇ ਇਹਨਾਂ ਦਾ ਝੰਡਾ ਲੱਗ ਜਾਂਦਾ ਉਹ ਕਾਰਖਾਨਾ ਜਦੋਂ ਤੱਕ ਫੇਲ ਨਹੀਂ ਹੋ ਜਾਂਦਾ, ਫੈਕਟਰੀ ਫੇਲ ਨਹੀਂ ਹੋ ਜਾਂਦੀ, ਉਦੋਂ ਤੱਕ ਇਹਨਾਂ ਦੇ ਝੰਡਾ ਲੈਂਦਾ ਹੀ ਨਹੀਂ। ਔਰ ਇਹ ਕਾਮਰੇਡ ਜਿਹੜੇ ਆ ਹੁਣ ਕਿਸਾਨੀ ਦਾ ਗਾਣ ਕਰਨ ਲੱਗੇ ਹੋਏ ਆ ਔਰ ਜਥੇਬੰਦੀਆਂ ਨਾਲ ਲੜੀ ਹੋਈ ਹੈ। ਦੇਖੋ ਗਗਨ, ਜਿਆਣੀ ਉਹਨਾਂ ਨੇ ਸਪਸ਼ਟ ਤੌਰ ਤੇ ਪੋਲੀਟੀਕਲ ਤੌਰ ਦੇ ਉੱਤੇ ਬਿਆਨ ਦਿੱਤਾ ਔਰ ਜਿਹੜਾ ਹੁਣ ਤੁਹਾਡਾ ਸਵਾਲ ਸੀ ਮੈਂ ਉਹਦੇ ਤੇ ਵਾਪਸ ਆਉਣਾ। ਸਪਸ਼ਟ ਤੌਰ ਤੇ ਬੀਜੇਪੀ ਦੀ ਚਿੰਤਾ ਹੈਗੀ ਹੈ।
ਅਗਰ ਕਿਸਾਨ ਸਾਡੇ ਪਾਰਟੀ ਬਣਾ ਲੈਣ, ਉਹਨਾਂ ਨੂੰ ਪੂਰਾ ਹੱਕ ਹੈ ਪਾਰਟੀ ਬਣਾਉਣ ਦਾ, ਪਰ ਉਹ ਇਸ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਪਾਰਟੀ ਵਾਲੇ ਪਾਸੇ ਆਉਣ। ਕੇਜਰੀਵਾਲ ਪਾਰਟੀ ਬਣਾ ਸਕਦਾ ਹੈ ਤਾਂ ਕਿਉਂ ਨਹੀਂ ਬਣਾ ਸਕਦੀ ਹੋਰ ਕੋਈ ਧਿਰ ਪਾਰਟੀ? ਨਾਲੇ ਕੇਜਰੀਵਾਲ ਦਿੱਲੀ ਦੇ ਲੋਕਾਂ ਲਈ ਤਾਂ ਚੰਗਾ ਕੰਮ ਕਰੀ ਜਾਂਦਾ ਨਾ। ਜੇ ਸਾਡੇ ਕਿਸਾਨ ਪਾਰਟੀ ਬਣਾ ਲੈਣਗੇ ਗਗਨ, ਤੇ ਪੰਜਾਬ ਦੇ ਹੱਕ ਦੀ ਸੱਚ ਦੀ ਗੱਲ ਹੋਊਗੀ, ਭਲਾ ਹੋਊਗਾ ਪੰਜਾਬੀਆਂ ਦਾ, ਕਿਸਾਨਾਂ ਦਾ ਭਲਾ ਹੋ ਜਾਊਗਾ। ਮੈਂ ਵਕਾਲਤ ਕਰਦਾ ਕਿ ਸਾਡੇ ਕਿਸਾਨਾਂ ਨੂੰ ਪੋਲੀਟੀਕਲ ਪਾਰਟੀ ਬਣਾਉਣੀ ਚਾਹੀਦੀ ਹੈ, ਹੁਣ ਤਾਂ ਬਣਾਉਣੀ ਹੀ ਚਾਹੀਦੀ ਹੈ ਜੀ, ਤਾਂ ਕਿ ਜਿਹੜੇ ਦੇਖੋ ਡਰ ਪਤਾ ਕੀ ਹੈ ਗਗਨ, ਪੋਲੀਟੀਕਲ ਪਾਰਟੀਆਂ ਨੂੰ, ਬੀਜੇਪੀ ਨੂੰ ਕੀ ਡਰ ਹੈ ਕਿ ਜੇ ਕਿਸਾਨਾਂ ਨੇ ਪੋਲੀਟੀਕਲ ਪਾਰਟੀ ਬਣਾ ਲਈ, ਪਿੰਡਾਂ ਪੁੰਡਾਂ 'ਚ ਤਾਂ ਬੀਜੇਪੀ ਦਾ ਖਾਤਾ ਨਿਲ ਹੋ ਜਾਣਾ। ਹਜੇ ਵੀ ਤਾਂ ਬੀਜੇਪੀ ਦੇ 2 MLA ਹੈ ਜੀ, 2 MLA ਹੈ, ਇੱਕ ਤੇ ਇੱਕ 2, 10 12 ਹੁੰਦੇ, 20 ਹੁੰਦੇ, 25 ਹੁੰਦੇ, ਚਲੋ ਗਿਣਦਿਆਂ ਨੂੰ ਵੀ ਟਾਈਮ ਲੱਗਦਾ। ਕਾਂਗਰਸ ਦੇ 70 80 ਨੇ ਮੇਰਾ ਖਿਆਲ ਲਗਭਗ, ਆਪ ਵਾਲਿਆਂ ਦੇ ਵੀ ਠੀਕ ਹੈ 20 ਨੇ, ਲਿਪ ਵਾਲਿਆਂ ਦੇ 2 ਨੇ। ਲਿਪ ਤੇ ਬੀਜੇਪੀ ਬਰਾਬਰ ਨੇ ਪੰਜਾਬ 'ਚ MLA ਦੇ ਮਾਮਲੇ 'ਚ। ਪਰ ਡਰ ਕੀ ਹੈ? ਡਰ ਅਕਾਲੀ ਦਲ ਨੂੰ ਵੀ ਹੈ, ਡਰ ਬੀਜੇਪੀ ਨੂੰ ਵੀ ਹੈ, ਡਰ ਕਾਂਗਰਸ ਨੂੰ ਵੀ ਹੈ, ਡਰ ਆਮ ਆਦਮੀ ਪਾਰਟੀ ਨੂੰ ਵੀ ਹੈ। ਇਸੇ ਕਰਕੇ ਸਾਰੀਆਂ ਧਿਰਾਂ ਇਹ ਕਹਿੰਦੀਆਂ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨ ਸਾਡੇ ਨਾਲ ਨੇ, ਅਸੀਂ ਤਨ ਮਨ ਧਨ ਨਾਲ ਕਿਸਾਨਾਂ ਨਾਲ ਖੜੇ ਹਾਂ। ਕਈ ਪੋਲੀਟੀਕਲ ਪਾਰਟੀਆਂ ਦੇ ਲੀਡਰ, ਕੋਈ MLA ਦਾ ਦਾਅਵੇਦਾਰ, ਕੋਈ ਜਥੇਬੰਦੇ ਸਕੱਤਰ, ਕੋਈ ਸਾਬਕਾ ਪ੍ਰਧਾਨ, ਕੋਈ ਵਾਈਸ ਪ੍ਰਧਾਨ, ਕੋਈ ਸਰਪੰਚ, ਪੋਲੀਟੀਕਲ ਪਾਰਟੀਆਂ ਦੇ ਸਾਰੇ ਸਿੰਘੂ 'ਚ ਸੇਵਾ ਕਰਨ ਲੱਗੇ ਹੋਏ ਨੇ ਗਗਨ ਕਿਸਾਨ ਅੰਦੋਲਨ 'ਚ। ਉਹ ਕਿਉਂ? ਉਹਨਾਂ ਨੂੰ ਪਤਾ ਹੈ ਕਿ ਕੱਲ੍ਹ ਨੂੰ ਅਸੀਂ ਵੋਟਾਂ ਵੀ ਲੈਣੀਆਂ ਨੇ, ਪਰ ਵੋਟਾਂ ਦੇ ਲਾਲਚ ਨਾਲ ਕੀਤੀ ਗਈ ਸੇਵਾ ਮੈਨੂੰ ਲੱਗਦਾ ਫਲ ਨਹੀਂ ਦਊ ਜੀ, ਹੈ ਜੀ। ਸੋ ਇਹ ਤਾਂ ਸ਼ੁੱਧ ਮਨ ਦੇ ਨਾਲ, ਪੰਜਾਬੀਅਤ ਦੇ ਰਾਖੇ ਬਣ ਕੇ, ਪੰਜਾਬ ਦੇ ਹੱਕ ਦੀ ਗੱਲ ਕਰਨ ਦੇ ਮਕਸਦ ਨਾਲ, ਅੰਨਦਾਤਾ ਦੀ ਜ਼ਰੂਰਤ ਵੇਲੇ ਨਾਲ ਖੜਨ ਦੇ ਮਕਸਦ ਨਾਲ ਤੁਸੀਂ ਸੇਵਾ ਕਰੋ, ਫਿਰ ਠੀਕ ਹੈ। ਵੋਟਾਂ ਦੇ ਲਾਲਚ ਨਾਲ ਸੇਵਾ ਕੀਤੀ ਦਾ ਕੋਈ ਫਾਇਦਾ ਨਹੀਂ ਹੋਣਾ। ਔਰ ਜਿਹੜੀ ਗੱਲ ਹੈ ਪੋਲੀਟੀਕਲ ਪਾਰਟੀਆਂ ਦੀ, ਉਹਨਾਂ ਨੂੰ ਚਿੰਤਾ ਹੈ ਵੀ ਜੇ ਕਿਸਾਨਾਂ ਨੇ ਪਾਰਟੀ ਬਣਾ ਲਈ ਗਗਨ, ਤੇ ਸਾਰੀਆਂ ਜਥੇਬੰਦੀਆਂ ਨੇ ਇੱਕ ਪਾਸੇ ਅਗਰ ਸਹਿਮਤੀ ਕਰ ਲਈ, 35 40 ਜਥੇਬੰਦੀਆਂ ਨੇ, ਇਹਨਾਂ ਦੇ ਆਗੂ ਹੀ ਜਾਂ ਇੱਕ 2 ਬੰਦੇ ਪੰਜਾਬ 'ਚ ਖੜੇ ਹੋ ਜਾਣ ਤੇ ਧਰਥੱਲੀ ਪਾ ਦੇਣਗੇ, ਸਮੀਕਰਨ ਵਿਗਾੜ ਦੇਣੇ ਇਹਨਾਂ ਨੇ ਸਾਰਿਆਂ ਨੇ। ਬਿਲਕੁਲ। ਫਿਰ ਸਰਕਾਰ ਕਿਸਾਨਾਂ ਨਾਲ ਇਹ ਵੀ ਨੌਬਤ ਆ ਸਕਦੀ ਵੀ ਕਿਸਾਨਾਂ ਨਾਲ ਮਿਲ ਕੇ ਸਰਕਾਰ ਬਣਾਉਣੀ ਪਵੇ, ਇਹ ਵੀ ਹੋ ਸਕਦਾ। ਦੇਖੋ ਕੁਝ ਵੀ ਦੁਨੀਆ 'ਚ ਹੋ ਸਕਦਾ। ਕੇਜਰੀਵਾਲ ਨੇ ਕਾਂਗਰਸ 0 ਤੇ ਲਿਆਤੀ ਉੱਥੇ ਦਿੱਲੀ 'ਚ, ਆਹ ਛੋਟੀ ਜੀ ਸੂਬੀ ਆ ਨਾਲੇ, ਬਿਲਕੁਲ, ਔਰ ਐਡੀ ਵੱਡੀ ਕੌਮੀ ਪਾਰਟੀ ਸੀ। ਪਿਛਲੀ ਵਾਰੀ ਕਾਂਗਰਸ ਨੂੰ ਸੀਟ ਹੀ ਕੋਈ ਨਹੀਂ ਆਈ, ਆ ਬੀਜੇਪੀ ਵੀ 3 ਤੇ ਰਹਿ ਗਈ ਸੀ ਪਿਛਲੀ ਵਾਰੀ, ਐਤਕੀ ਤਾਂ ਚਲੋ ਜ਼ਿਆਦਾ ਲੈ ਗਏ ਜੀ। ਪਰ ਉਹ ਕੇਜਰੀਵਾਲ ਹੁਣ ਵੀ 65 ਤੋਂ ਉੱਤੇ ਲੈ ਗਿਆ ਸੀਟਾਂ, ਮੇਰੇ ਖਿਆਲ 67 ਨੇ ਸ਼ਾਇਦ, ਮੈਨੂੰ ਪੂਰੀ ਤਰ੍ਹਾਂ ਨਹੀਂ ਯਾਦ। ਸੋ ਇਸ ਕਰਕੇ ਕਿਸਾਨਾਂ ਦੀ ਪਾਰਟੀ ਬਣਨ ਦਾ ਇਹਨਾਂ ਨੂੰ ਡਰ ਹੈ। ਪਰ ਮੈਂ ਵਕਾਲਤ ਕਰਦਾ ਕਿ ਅਗਰ ਇਸ ਅੰਦੋਲਨ ਤੋਂ ਬਾਅਦ ਕਿਸਾਨ ਪਾਰਟੀ ਬਣਾਉਣੀ ਚਾਹਣ ਤਾਂ ਉਹਨਾਂ ਨੂੰ ਬਣਾਉਣੀ ਚਾਹੀਦੀ ਜੀ। ਤੇ ਡਾਲਾ ਜੀ, ਇਹਦੇ ਨਾਲ ਹੀ ਖੇਤੀ ਕਾਨੂੰਨਾਂ ਦਾ ਮਸਲਾ ਹਲੇ ਹੱਲ ਨਹੀਂ ਹੁੰਦਾ ਦਿਖ ਰਿਹਾ, ਤੇ ਇਸੇ ਮਸਲੇ ਦੇ ਦੌਰਾਨ ਹੀ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ਨੂੰ ਇੱਕ ਵਾਰ ਫਿਰ ਤੋਂ ਉੱਤੇ ਲਿਆਂਦਾ ਜਾ ਰਿਹਾ। ਕਿੱਦਾਂ ਵੇਖ ਰਹੇ ਹੋ ਕਿ ਇੰਨੇ ਸਾਲਾਂ ਤੋਂ ਚੁੱਪ ਪਿਆ ਮਾਮਲਾ ਫਿਰ ਇੱਕ ਨਵੀਂ ਕੜੀ ਦੇ ਵਿੱਚ? ਦੇਖੋ, ਇਹ ਪਿੱਛੇ ਜੇ ਵੀ ਮਾਮਲਾ ਉੱਠਿਆ ਸੀ ਗਗਨ ਜੀ, ਉਦੋਂ ਫਿਰ ਰਵਨੀਤ ਬਿੱਟੂ ਉਹਨਾਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਤੇ ਵਿਰੋਧ ਕੀਤਾ ਸੀ ਕਿ ਸਜ਼ਾ ਮਾਫੀ ਨਹੀਂ ਹੋਣੀ ਚਾਹੀਦੀ ਬਲਵੰਤ ਸਿੰਘ ਰਾਜੋਆਣਾ ਦੀ। ਔਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ 26 ਜਨਵਰੀ ਤੱਕ ਸਰਕਾਰ ਨੂੰ ਇਹਦੇ ਤੇ ਕੋਈ ਨਾ ਕੋਈ ਸਪਸ਼ਟ ਫੈਸਲਾ ਕਰਨ ਦੀ ਗੱਲ ਕਹੀ ਗਈ ਹੈ। ਰਹਿਮ ਦੀ ਪਟੀਸ਼ਨ ਹੈ ਜਿਹੜੀ, ਉਹ ਰਾਸ਼ਟਰਪਤੀ ਉਹਨਾਂ ਕੋਲੇ ਪੈਂਡਿੰਗ ਹੈ, ਰਾਸ਼ਟਰਪਤੀ ਸਾਹਿਬ ਕੋਲੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਸੀ। ਸਾਨੂੰ ਯਾਦ ਹੈ ਇੱਕ ਵਾਰੀ ਤਾਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਵਾਰੰਟ ਜਾਰੀ ਕਰ ਦਿੱਤਾ ਗਿਆ ਸੀ, ਔਰ ਸਾਨੂੰ ਇਹ ਵੀ ਪਤਾ ਹੈ ਕਿ ਜੇਲਰ ਨੇ ਵਾਰੰਟ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਟਿਆਲਾ ਜੇਲ੍ਹ 'ਚ। ਫਿਰ ਪੂਰੇ ਪੰਜਾਬ 'ਚ ਤੁਹਾਨੂੰ ਯਾਦ ਹੈ ਕੇਸਰੀ ਝੰਡੇ ਲੱਗੇ ਸੀ ਸਮਰਥਨ 'ਚ ਵੀ ਫਾਂਸੀ ਨਹੀਂ ਹੋਣੀ ਚਾਹੀਦੀ। ਵੱਖ-ਵੱਖ ਤਰਕ ਦਿੱਤੇ ਗਏ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਇਹ ਸਾਰੇ ਲੋਕ ਉਦੋਂ ਪਹੁੰਚੇ ਲੋਕ ਸਭਾ ਦੇ ਸਪੀਕਰ ਕੋਲੇ ਵੀ, ਫਿਰ ਰਾਸ਼ਟਰਪਤੀ ਸਾਹਿਬ ਕੋਲੇ ਗਏ ਸਾਰੇ ਲੋਕ। ਰਾਸ਼ਟਰਪਤੀ ਸਾਹਿਬ ਕੋਲੇ ਜਦੋਂ ਗਏ ਤੇ ਉਦੋਂ ਫਿਰ ਉਹਨਾਂ ਨੇ ਇਹਨਾਂ ਤੋਂ ਦਰਖਾਸਤਾਂ ਲਈਆਂ, ਮੰਗ ਪੱਤਰ ਲਏ। ਸੋ ਉਦੋਂ ਦੀ ਰਹਿਮ ਦੀ ਪਟੀਸ਼ਨ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਾਈ, ਉਹ ਵੀ ਪਈ ਹੈ ਜੀ। ਔਰ ਜਿਹੜੀ ਸਜ਼ਾ ਤਮੀਲ ਹੋਣ ਤੇ ਰੋਕ ਲਗਾ ਦਿੱਤੀ ਗਈ ਸੀ, ਸਜ਼ਾ ਦੇ ਤਮੀਲ ਤੇ। ਸੋ ਜਿਹੜੀ ਫਾਂਸੀ ਦੀ ਸਜ਼ਾ ਸੀ ਉਹ ਅਮਲ 'ਚ ਨਹੀਂ ਸੀ ਆਈ। ਉਸ ਤੋਂ ਬਾਅਦ ਪਿੱਛੇ ਜੇ ਫੇਰ ਗੱਲ ਤੁਰੀ। ਹੁਣ ਸਰਕਾਰ ਨੂੰ 26 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ 26 ਜਨਵਰੀ ਤੱਕ ਇਹਦੇ ਉੱਤੇ ਫੈਸਲਾ ਕੀਤਾ ਜਾਵੇ। ਅਸਲ 'ਚ ਪਿਛਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ
ਸਿੱਖ ਭਾਈਚਾਰੇ ਦੇ ਹੱਕ 'ਚ ਕਈ ਫੈਸਲੇ ਕੀਤੇ ਸੀ। ਤੁਹਾਨੂੰ ਯਾਦ ਹੈ ਕਾਲੀ ਸੂਚੀ ਹੈ ਜਿਹੜੀ ਉਹ ਖਤਮ ਕੀਤੀ ਗਈ ਸੀ। 84 ਦੇ ਮਾਮਲੇ 'ਚ ਜਿਹੜੀ ਸਿੱਟ ਸੀ ਉਹਨੂੰ ਆਜ਼ਾਦਾਨਾ ਤੌਰ ਤੇ ਕੰਮ ਕਰਨ ਲਈ ਖੁੱਲ੍ਹਾ ਹੱਥ ਦਿੱਤਾ ਗਿਆ ਸੀ। ਹਾਲਾਂਕਿ ਕਾਂਗਰਸੀ ਕਹਿੰਦੇ ਉਹ ਪਹਿਲਾਂ ਵੀ ਆਜ਼ਾਦ ਕੰਮ ਕਰ ਰਹੀ ਸੀ। ਫਿਰ ਸਾਨੂੰ ਸਾਰਿਆਂ ਨੂੰ ਪਤਾ ਸੱਜਣ ਕੁਮਾਰ ਨੂੰ ਜੇਲ੍ਹ 'ਚ ਭੇਜਿਆ ਗਿਆ, ਸਜ਼ਾ ਦਾ ਐਲਾਨ ਕੀਤਾ ਗਿਆ ਅਦਾਲਤ ਵੱਲੋਂ। ਔਰ ਬੀਜੇਪੀ ਨੇ ਔਰ ਅਕਾਲੀ ਦਲ ਤੇ ਬੀਜੇਪੀ ਵਾਲੇ ਇਕੱਠੇ ਸੀ। ਉਦੋਂ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਬਹੁਤ ਤਾਰੀਫ ਕੀਤੀ ਸੀ ਮੋਦੀ ਸਾਹਿਬ ਦੀ ਕਿ ਮੋਦੀ ਸਾਹਿਬ ਨੇ 84 ਦੇ ਇਨਸਾਫ ਦੇਣ ਦੀ ਪ੍ਰਕਿਰਿਆ 'ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਮੋਦੀ ਸਾਹਿਬ ਦਾ ਧੰਨਵਾਦ ਵੀ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਦਾ। ਔਰ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ ਜਦੋਂ ਮੋਦੀ ਸਾਹਿਬ ਨੇ ਜਦੋਂ ਨਵਜੋਤ ਸਿੰਘ ਸਿੱਧੂ ਉੱਧਰ ਗਿਆ, ਇਮਰਾਨ ਖਾਨ ਤੋਂ ਸੱਦਾ ਲੈ ਕੇ ਆਇਆ। ਠੀਕ ਹੈ, ਬਹੁਤ ਵੱਡਾ ਕ੍ਰੈਡਿਟ ਹੈ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨੂੰ ਗਿਆ ਕਿ ਇਮਰਾਨ ਖਾਨ ਨਾਲ ਦੋਸਤੀ ਕਰਕੇ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਨੇ ਬੜੀ ਤੇਜ਼ੀ ਨਾਲ ਫੈਸਲੇ ਕੀਤੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ ਸਿਰਫ ਦੱਸਿਆ ਗਿਆ ਸੀ ਇਮਰਾਨ ਖਾਨ ਦੀ ਸਰਕਾਰ ਵੱਲੋਂ ਕਿ ਅਸੀਂ ਇਹ ਖੋਲ੍ਹਣਾ ਚਾਹੁੰਦੇ ਹਾਂ। ਸਿੱਧੂ ਨੇ ਇੱਧਰ ਆ ਕੇ ਕਿਹਾ ਕਿ ਮੈਂ ਖੁਸ਼ਖਬਰੀ ਲੈ ਕੇ ਆਇਆ। ਸਿੱਧੂ ਤਾਂ ਡਾਕੀਏ ਦੀ ਤਰ੍ਹਾਂ ਭੂਮਿਕਾ ਅਦਾ ਕੀਤੀ ਸੀ। ਉਸ ਤੋਂ ਬਾਅਦ ਦੋਵਾਂ ਸਰਕਾਰਾਂ 'ਚ ਗੱਲਬਾਤ ਤੁਰੀ। ਪ੍ਰਧਾਨ ਮੰਤਰੀ ਹੋਰਾਂ ਨੇ ਸਾਨੂੰ ਪਤਾ ਜਿਹੜਾ ਸਾਡੇ ਪਾਸੇ ਵਾਲਾ ਕੋਰੀਡੋਰ ਹੈ ਉਹਦਾ ਉਦਘਾਟਨ ਕੀਤਾ। ਉਹ ਵੀ ਇੱਕ ਬਹੁਤ ਵੱਡਾ ਪ੍ਰਧਾਨ ਮੰਤਰੀ ਦਾ ਜਿਹੜਾ ਤੋਹਫਾ ਸੀ ਸਿੱਖ ਭਾਈਚਾਰੇ ਨੂੰ। ਔਰ ਇੱਕ ਗੱਲ ਹਵਾ ਬਣੀ ਸੀ ਉਦੋਂ ਕਿ ਅਗਰ ਬੀਜੇਪੀ ਆਪਣੇ ਦਮ ਤੇ ਪੰਜਾਬ 'ਚ ਚੋਣਾਂ ਲੜੇ ਤੇ ਸਰਕਾਰ ਵੀ ਬਣਾ ਸਕਦੀ ਹੈ, ਕਿਉਂਕਿ ਬੀਜੇਪੀ ਦੇ ਫੈਸਲੇ ਕਾਫੀ ਪੰਜਾਬ ਦੇ ਸਿੱਖ ਭਾਈਚਾਰੇ ਦੇ ਹੱਕ 'ਚ ਆਏ ਸੀ। ਔਰ ਬੜੇ ਲੰਮੇ ਸਮੇਂ ਤੋਂ ਜਿਨ੍ਹਾਂ ਦੀ ਉਮੀਦ ਸੀ ਇਨਸਾਫ ਕਰਨ ਦੇ ਰੂਪ 'ਚ ਬੀਜੇਪੀ ਦੇ ਉਹਨਾਂ ਫੈਸਲਿਆਂ ਨੂੰ ਦੇਖਿਆ ਗਿਆ ਔਰ ਬੀਜੇਪੀ ਨੇ ਬੜੀ ਪ੍ਰਸਿੱਧੀ ਖੱਟੀ। ਪਰ ਆ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਸਥਿਤੀਆਂ ਕਾਫੀ ਜ਼ਿਆਦਾ ਬਦਲ ਗਈਆਂ, ਕਿਉਂਕਿ ਖੇਤੀ ਹੈ ਜਿਹੜੀ ਉਹ ਸਾਡੇ ਸਾਹ ਹੈ, ਜਿੰਦ ਜਾਨ ਹੈ। ਹਾਲਾਂਕਿ ਕਰਤਾਰਪੁਰ ਸਾਹਿਬ ਦਾ ਲਾਂਘੇ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਦੀ ਭੂਮਿਕਾ ਹੈ ਉਹਦੇ ਲਈ ਉਹਨਾਂ ਦਾ ਧੰਨਵਾਦ ਹਮੇਸ਼ਾ ਹੀ ਰਹੂਗਾ ਪੰਜਾਬੀਆਂ ਵੱਲੋਂ। ਸੱਜਣ ਕੁਮਾਰ ਨੂੰ 84 ਦੇ ਮਾਮਲਿਆਂ 'ਚ ਜਿਹੜੀ ਭੂਮਿਕਾ ਕੇਂਦਰ ਸਰਕਾਰ ਦੀ ਉਹਦਾ ਵੀ ਧੰਨਵਾਦ ਰਹੂਗਾ। ਜਿਹੜੀ ਕਾਲੀ ਸੂਚੀ ਖਤਮ ਕੀਤੀ ਮੋਦੀ ਸਾਹਿਬ ਨੇ ਉਹਦਾ ਵੀ ਧੰਨਵਾਦ ਰਹੂਗਾ। ਪਰ ਅਗਰ ਖੇਤੀ ਕਾਨੂੰਨ ਮੋਦੀ ਸਾਹਿਬ ਰੱਦ ਕਰ ਦੇਣ ਤੇ ਇਹ ਧੰਨਵਾਦ ਹੋਰ ਵੱਧ ਜਾਊਗਾ, ਕਿਉਂਕਿ ਖੇਤੀ ਤੋਂ ਬਿਨਾਂ ਕਿੱਡੀ ਵੱਡੀ ਗਿਣਤੀ 'ਚ ਸਾਡੇ ਕਿਸਾਨ ਔਖੇ ਨੇ। ਖੇਤੀ ਘਾਟੇ 'ਚ ਹੈ, ਸੁਸਾਈਡ ਹੋ ਰਹੇ ਨੇ, ਆਤਮ ਹੱਤਿਆਵਾਂ ਹੋ ਰਹੀਆਂ ਨੇ। ਹੁਣ ਗੱਲ ਇਹ ਹੈ ਕਿ ਹੁਣ ਫਿਰ ਬੀਜੇਪੀ ਦੀ ਕੋਸ਼ਿਸ਼ ਹੈ ਕਿ ਅਸੀਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਕੁਝ ਅਜਿਹੇ ਫੈਸਲੇ ਕਰ ਦਈਏ ਜਿਹਦੇ ਨਾਲ ਦੁਬਾਰਾ ਭਾਜਪਾ ਦੇ ਪੰਜਾਬ 'ਚ ਪੈਰ ਲੱਗ ਜਾਣ। ਔਰ ਮੈਨੂੰ ਇਹ ਲੱਗਦਾ ਹੈ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਪਿਛਲੇ ਸਮੇਂ 'ਚ ਜਿਆਣੀ ਨਾਲ, ਹਰਜੀਤ ਗਰੇਵਾਲ ਨਾਲ, ਇਹ ਮੋਦੀ ਸਾਹਿਬ ਨੂੰ ਵੀ ਮਿਲ ਕੇ ਆਏ ਨੇ। ਕਿਤੇ ਨਾ ਕਿਤੇ ਇਹਨਾਂ ਤੋਂ ਵੀ ਕੇਂਦਰ ਸਰਕਾਰ ਨੇ, ਦੇਖੋ ਮੈਂ ਅਨਅਫੀਸ਼ੀਅਲ ਤੌਰ ਤੇ ਕਹਿ ਰਿਹਾ, ਇਹਦਾ ਸਬੂਤ ਨਹੀਂ ਕੋਈ ਵੀ ਕਿਸੇ ਕੋਲੇ, ਪਰ ਮੈਂ ਸੰਭਾਵਨਾ ਪ੍ਰਗਟ ਕਰ ਰਿਹਾ ਕਿ ਹੋ ਸਕਦਾ ਹੈ ਰਾਜੂਆਣਾ ਨੂੰ ਅਗਰ ਕੇਂਦਰ ਸਰਕਾਰ ਵੱਲੋਂ ਕੋਈ ਸਜ਼ਾ 'ਚ ਛੋਟ ਦਿੱਤੀ ਜਾਂਦੀ ਹੈ, ਕੋਈ ਰਹਿਮ ਦੀ ਪਟੀਸ਼ਨ ਤੇ ਫੈਸਲਾ ਆਉਂਦਾ ਹੈ, ਤੇ ਉਹ ਕਿਸ ਤਰ੍ਹਾਂ ਉਹਨੂੰ ਦੇਖਿਆ ਜਾਊਗਾ ਪੰਜਾਬ 'ਚ, ਉਹਦੇ 'ਤੇ ਵੀ ਵਿਚਾਰ ਚਰਚਾ ਹੋਈ ਹੋਣੀ ਹੈ ਗਗਨ। ਤੇ ਦੱਸਣਾ ਨਹੀਂ ਕਿਸੇ ਨੇ, ਮੇਰਾ ਅੰਦਾਜ਼ਾ ਹੈ ਕਿ ਇਹ ਹੋਈ ਹੋਣੀ ਹੈ। ਦੇਖੋ ਹੁਣ ਰਾਸ਼ਟਰਪਤੀ ਫੈਸਲਾ ਕਰ ਸਕਦੇ ਨੇ 26 ਜਨਵਰੀ ਤੋਂ ਪਹਿਲਾਂ, ਇਹ ਬਹੁਤ ਸੰਭਾਵਨਾ ਹੈ। ਔਰ ਰਾਸ਼ਟਰਪਤੀ ਅਜਿਹੇ ਮਾਮਲਿਆਂ 'ਚ ਹਮੇਸ਼ਾ ਗ੍ਰਹਿ ਮੰਤਰਾਲੇ ਦੀ ਸਲਾਹ ਲੈਂਦੇ ਨੇ। ਗ੍ਰਹਿ ਮੰਤਰਾਲੇ ਵੱਲੋਂ ਸਲਾਹ ਦਿੱਤੀ ਜਾਂਦੀ ਹੈ। ਹੁਣ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ, ਅਮਿਤ ਸ਼ਾਹ ਨਾਲ ਬੀਜੇਪੀ ਪੰਜਾਬ ਦੇ ਲੀਡਰਾਂ ਦੀਆਂ ਮੁਲਾਕਾਤਾਂ ਵੀ ਹੋਈਆਂ ਨੇ। ਰਵਨੀਤ ਬਿੱਟੂ ਜਦੋਂ ਪਾਰਲੀਮੈਂਟ 'ਚ ਗਿਆ ਸੀ, ਪਾਰਲੀਮੈਂਟ 'ਚ ਵਿਰੋਧ ਕੀਤਾ ਸੀ ਰਵਨੀਤ ਬਿੱਟੂ ਨੇ ਕਿ ਬਲਵੰਤ ਸਿੰਘ ਰਾਜੂਆਣਾ ਦੀ ਸਜ਼ਾ ਮਾਫੀ ਨਹੀਂ ਹੋਣੀ ਚਾਹੀਦੀ, ਹੈ ਨਾ ਜੀ। ਸੋ ਹਾਲਾਂਕਿ ਦੇਖੋ ਫਾਂਸੀ ਦੀ ਸਜ਼ਾ ਸੀ ਬਲਵੰਤ ਸਿੰਘ ਰਾਜੂਆਣਾ ਨੂੰ। ਮੈਨੂੰ ਇਹ ਲੱਗਦਾ ਕਿ ਕੇਂਦਰ ਸਰਕਾਰ ਫਾਂਸੀ ਦੀ ਸਜ਼ਾ ਨੂੰ ਰੱਦ ਕਰਕੇ ਉਮਰ ਕੈਦ 'ਚ ਵੀ ਤਬਦੀਲ ਕਰ ਸਕਦੀ ਹੈ। ਹੁਣ ਕੇਂਦਰ ਸਰਕਾਰ ਨੇ ਕਰਨਾ ਹੈ, ਰਾਸ਼ਟਰਪਤੀ ਨੇ ਕਰਨਾ ਹੈ। ਕੇਂਦਰ ਸਰਕਾਰ ਨੇ ਤਾਂ ਸਿਰਫ ਆਪਣੀ ਰਿਪੋਰਟ ਭੇਜਣੀ ਹੈ ਰਾਸ਼ਟਰਪਤੀ ਸਾਹਿਬ ਨੂੰ। ਹੁਣ ਦੇਖਦੇ ਹਾਂ ਕੀ ਬਣਦਾ ਗਗਨ ਇਹਦੇ ਤੇ। ਪਰ ਇਹਦੇ ਤੇ ਸਿਆਸਤ ਹੋਣੀ ਵੀ ਸ਼ੁਰੂ ਹੋ ਗਈ ਹੈ ਤੇ ਆਉਂਦੇ ਦਿਨਾਂ 'ਚ ਇਹਦੇ ਤੇ ਸਿਆਸਤ ਹੋਏਗੀ ਵੀ ਜੀ। ਤੇ ਡੱਲਾ ਜੀ ਇਹਦੇ ਉੱਤੇ ਰਵਨੀਤ ਬਿੱਟੂ ਦਾ ਵੀ ਪ੍ਰਤੀਕਰਮ ਹੈ, ਕਿਉਂਕਿ ਸਿੱਧੇ ਤੌਰ ਦੇ ਉੱਤੇ ਰਵਨੀਤ ਬਿੱਟੂ ਦਾ ਰਾਜੂਆਣਾ ਦੇ ਕੇਸ ਨਾਲ ਬਹੁਤ ਵੱਡਾ ਸੰਬੰਧ ਹੈ। ਦੇਖੋ ਹੁਣ ਰਵਨੀਤ ਬਿੱਟੂ ਤਾਂ ਸਪਸ਼ਟ ਤੌਰ ਤੇ ਇਲਜ਼ਾਮ ਇਹ ਲਗਾਉਣਗੇ ਬੀਜੇਪੀ ਤੇ। ਉਹ ਤਾਂ ਕਹਿ ਹੀ ਰਹੇ ਨੇ ਬੀਜੇਪੀ ਨੂੰ ਕਿ ਅਗਰ ਬੀਜੇਪੀ ਨੇ ਗ੍ਰਹਿ ਮੰਤਰਾਲੇ ਵੱਲੋਂ ਰਾਸ਼ਟਰਪਤੀ ਨੂੰ ਇਸ ਤਰੀਕੇ ਦੀ ਰਿਪੋਰਟ ਭੇਜੀ ਗਈ ਜਿਹਦੇ ਆਧਾਰ ਤੇ ਰਾਸ਼ਟਰਪਤੀ ਸਾਹਿਬ ਨੇ ਫੈਸਲਾ ਕਰਤਾ ਰਵਨੀਤ ਬਿੱਟੂ ਉਹਨਾਂ ਦੀ ਸੋਚ ਦੇ ਉਲਟ, ਤੇ ਰਵਨੀਤ ਬਿੱਟੂ ਤਾਂ ਕਹਿਣਗੇ ਵੀ ਇਹ ਬੀਜੇਪੀ ਨੇ ਸਿਆਸੀ ਫੈਸਲਾ ਕੀਤਾ ਹੈ, ਅਸੀਂ ਇਹਦਾ ਵਿਰੋਧ ਕਰਾਂਗੇ। ਬਾਕੀ ਹੁਣ ਸਮਾਂ ਦੱਸੂਗਾ, ਜੋ ਵੀ ਫੈਸਲਾ ਰਾਸ਼ਟਰਪਤੀ ਸਾਹਿਬ ਸਾਡੇ ਕਰਦੇ ਨੇ ਉਸ ਤੋਂ ਬਾਅਦ ਰਵਨੀਤ ਬਿੱਟੂ ਦਾ ਜਿਹੜਾ ਰਿਐਕਸ਼ਨ ਹੈ ਉਹਦੇ ਤੇ ਮੈਨੂੰ ਲੱਗਦਾ ਜ਼ਿਆਦਾ ਗੌਰ ਕਰਨ ਦੀ ਲੋੜ ਹੈ। ਹਾਲੇ ਤਾਂ ਰਵਨੀਤ ਬਿੱਟੂ ਵਿਰੋਧ ਹੀ ਕਰ ਰਿਹਾ ਵੀ ਨਹੀਂ ਹੋਣਾ ਚਾਹੀਦਾ। ਭਾਜਪਾ ਸਿਆਸੀ ਏਜੰਡਾ, ਸਿਆਸੀ ਕਾਰਡ ਪੰਜਾਬ 'ਚ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਹ ਰਵਨੀਤ ਬਿੱਟੂ ਉਹਨਾਂ ਦੀ ਗੱਲ ਹੈ। ਪਰ ਜਾਣੀ ਉਹਨਾਂ ਦੀ ਗੱਲ ਮੈਂ ਚਾਹੂੰਗਾ ਕਿ ਇੱਕ ਵਾਰ ਤੁਸੀਂ ਸੁਣਾਈ ਦਿੱਤੀ, ਪਹਿਲਾਂ ਤੁਸੀਂ ਜਾਣੀ ਦੀ ਗੱਲ ਤਾਂ ਸੁਣਾਈ ਦਿੱਤੀ ਆਪਾਂ। ਹਾਂਜੀ।
ਤੇ ਡਲਾ ਜੀ ਉਹ ਤੇ ਦੂਜੇ ਪਾਸੇ ਰਾਘਵ ਚੱਡਾ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਰਾਘਵ ਚੱਡਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੋਹਾਂ ਦੇ ਸਬੰਧ ਆਪਸ ਦੇ ਵਿੱਚ ਜੋੜਦੇ ਨੇ। ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਆਗੂ ਹੋਣ ਦੀ ਜਿਹੜੀ ਪੂਰੀ ਪ੍ਰਕਿਰਿਆ ਉਹ ਨਿਭਾ ਰਹੇ ਨੇ ਪੰਜਾਬ ਦੇ ਵਿੱਚ। ਦੇਖੋ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਹੈ, ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਨਾ ਸੱਦਾ ਦੇਣ ਦੀ ਜਿਹੜੀ ਚਰਚਾ ਹੈ, ਉਹਦੇ ਤੇ ਕਾਂਗਰਸ ਦੇ ਕੁਝ ਲੀਡਰਾਂ ਦੀ ਰਾਏ ਵੱਖ ਹੈ। ਸੁਖਜਿੰਦਰ ਰੰਧਾਵਾ ਨੇ, ਕੈਬਨਿਟ ਮੰਤਰੀ ਹੈ, ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਨੂੰ ਸੱਦਾ ਅਗਰ ਭੇਜਿਆ ਜਾਵੇ ਤੇ ਬਹੁਤ ਚੰਗੀ ਗੱਲ ਹੈ। ਹੁਣ ਇਹਨੂੰ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਲੀਡਰ ਨੇ ਰਾਘਵ ਚੱਡਾ ਜੀ, ਉਹਨਾਂ ਨੇ ਨਿਸ਼ਾਨੇ ਤੇ ਲੈ ਲਿਆ। ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਉਹ ਭਾਜਪਾ ਦੇ ਏਜੰਟ ਨੇ। ਇੱਕ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਰਾਘਵ ਚੱਡਾ ਨੇ ਕਿਹਾ ਕਿ ਇੱਕ ਤਰੀਕੇ ਨਾਲ ਕੈਪਟਨ ਭਾਜਪਾ ਦੇ ਏਜੰਟ ਨੇ, ਭਾਜਪਾ ਦੀ ਬੋਲੀ ਬੋਲ ਰਹੇ ਨੇ, ਉਹ ਰਣਿੰਦਰ ਨੂੰ ਕੈਪਟਨ ਅਮਰਿੰਦਰ ਬਚਾਉਣਾ ਚਾਹੁੰਦੇ ਨੇ। ਦੇਖੋ, ਇਹ ਆਮ ਆਦਮੀ ਪਾਰਟੀ ਦੀ ਰਣਨੀਤੀ ਰਹੀ ਹੈ। ਪਿਛਲੀ ਵਾਰੀ ਆਮ ਆਦਮੀ ਪਾਰਟੀ ਨੇ ਟਾਰਗੇਟ ਕੀਤਾ ਸੀ ਵਿਕਰਮ ਮਜੀਠੀਆ ਦੇ ਬੋਰਡ ਲਵਾਈ ਜਾਂਦੇ ਸੀ, ਪਰ ਅੱਜ ਕੱਲ੍ਹ ਵਿਕਰਮ ਮਜੀਠੀਆ ਜੀ ਦੀ ਖਬਰ ਨਹੀਂ ਜ਼ਿਆਦਾ ਕੋਈ ਆ ਰਹੀ ਜੀ। ਸੁੱਖ ਹੋਵੇ, ਪਿੱਛੇ ਜੇ ਬਿਮਾਰ ਸੀਗੇ ਮੇਰੇ ਖਿਆਲ, ਹਨਾ, ਠੀਕ ਹੋ ਗਏ ਹੋਣੇ ਹੁਣ ਤਾਂ। ਬਿਲਕੁਲ, ਮੈਂ ਸੁਣਿਆ ਸੀ ਕੋਈ ਬੁਖਾਰ ਹੈ, ਤਬੀਅਤ ਜੀ ਵਿਗੜੀ ਸੀ। ਚਲੋ ਹੋ ਜਾਣਗੇ ਸਰਗਰਮ। ਵਿਕਰਮ ਮਜੀਠੀਆ ਬੜਾ ਸਰਗਰਮ ਆਗੂ ਹੈ ਅਕਾਲੀ ਦਲ ਦਾ, ਪਰ ਥੋੜੇ ਦਿਨਾਂ ਤੋਂ ਚੁੱਪ ਨੇ। ਬੜੀ ਹੈਰਾਨੀ ਵਾਲੀ ਗੱਲ ਹੈ। ਹੋ ਸਕਦਾ ਮੈਨੂੰ ਨਾ ਪਤਾ ਹੋਵੇ, ਬਿਆਨ ਬੂਨ ਤਾਂ ਆ ਹੀ ਰਹੇ ਹੋਣੇ ਨੇ ਜੀ, ਪ੍ਰੈਸ ਕਾਨਫਰੰਸ ਵਗੈਰਾ ਕਰਦੇ ਹੋਣਗੇ, ਵਿਕਰਮ ਮਜੀਠੀਆ ਰੈਗੂਲਰ ਹੋਣਗੇ, ਚਲੋ ਆਜੂ ਪਤਾ। ਪਰ ਟਾਰਗੇਟ ਕੀਤਾ ਸੀ ਵਿਕਰਮ ਮਜੀਠੀਆ ਨੂੰ ਕਿਹਨੇ? ਆਮ ਆਦਮੀ ਪਾਰਟੀ ਨੇ, ਕੇਜਰੀਵਾਲ ਨੇ। ਬਾਅਦ ਚ ਮਾਫੀ ਮੰਗਣੀ ਪਈ ਕੇਜਰੀਵਾਲ ਸਾਹਿਬ ਨੂੰ ਜੀ। ਜਿਹੜੇ ਇਲਜ਼ਾਮ ਕੇਜਰੀਵਾਲ ਸਾਹਿਬ ਨੇ ਲਾਏ ਸੀ, ਹੁਣ ਇਸ ਵਾਰ ਆਮ ਆਦਮੀ ਪਾਰਟੀ ਨੇ ਨਿਸ਼ਾਨਾ ਬਣਾ ਲਿਆ ਕੈਪਟਨ ਅਮਰਿੰਦਰ ਨੂੰ। ਕਹਿੰਦੇ ਹੁਣ ਆਪਾਂ ਕੈਪਟਨ ਅਮਰਿੰਦਰ ਨੂੰ ਟਾਰਗੇਟ ਕਰਨਾ। ਹੁਣ ਸਾਰੇ ਨਿਸ਼ਾਨੇ ਹਰ ਗੱਲ ਤੇ ਕੈਪਟਨ ਅਮਰਿੰਦਰ ਤੇ ਜਾ ਰਹੇ ਨੇ। ਆਮ ਆਦਮੀ ਪਾਰਟੀ ਦੀ ਸਿਆਸਤ ਹੈ ਕਿਉਂਕਿ ਹੁਣ ਚੋਣਾਂ ਤੋਂ ਪਹਿਲਾਂ ਇਹੀ ਕੁਝ ਹੋਣਾ, ਇੱਕ ਦੂਜੇ ਤੇ ਸਿਆਸੀ ਚੱਕੜ ਸੁੱਟਿਆ ਜਾਣਾ, ਇੱਕ ਦੂਜੇ ਤੇ ਸਿਆਸੀ ਰੋੜੇ ਵੱਜਣੇ ਨੇ ਜੀ, ਇੱਕ ਦੂਜੇ ਤੇ ਸਿਆਸੀ ਇਲਜ਼ਾਮ ਲੱਗਣੇ ਨੇ, ਬਾਅਦ ਚ ਇੱਕ ਦੂਜੇ ਤੋਂ ਸਿਆਸੀ ਤੌਰ ਤੇ ਮਾਫੀਆਂ ਮੰਗੀਆਂ ਜਾਣੀਆਂ ਜੀ। ਇਹੀ ਕੰਮ ਚੱਲਣਾ ਫਿਰ ਚੋਣਾਂ ਤੋਂ ਪਹਿਲਾਂ ਜੀ। ਤੇ ਡਲਾ ਜੀ ਸਿਆਸੀ ਜੱਫੀ ਪੈਣੀ ਹੈ ਤੇ ਸਿਆਸੀ ਮਾਫੀ, ਇਹੀ ਕੰਮ ਹੋਣੇ ਜੀ। ਤੇ ਡਲਾ ਜੀ ਉਧਰ ਦੂਜੇ ਪਾਸੇ ਗੱਲ ਸਿਆਸਤ ਦੂਜੇ ਧੜੇ ਦੀ ਕਰੀਏ ਤੇ ਭਾਜਪਾ ਦੇ ਪ੍ਰਦੇਸ਼ ਅਧਿਕਸ਼ ਨੇ JP ਨੱਡਾ, ਉਹਨਾਂ ਦੇ ਵੱਲੋਂ ਵੀ ਪੱਛਮੀ ਬੰਗਾਲ ਦੇ ਵਿੱਚ ਕਹਿੰਦੇ ਜਾ ਕੇ ਦੌਰਾ ਕੀਤਾ ਗਿਆ ਤੇ ਵੱਖਰੇ ਕਿਸਮ ਦੀਆਂ ਉੱਥੇ ਵੀ ਰਣਨੀਤੀਆਂ ਉਹਨਾਂ ਨੇ ਤਿਆਰ ਕੀਤੀਆਂ ਨੇ। ਉਹ ਕਹਿੰਦੇ ਕਿਸਾਨਾਂ ਦੇ ਮਸਲੇ 'ਚ ਹੁਣ ਸਿੱਧੇ ਤੌਰ ਦੇ ਉੱਤੇ ਅਸੀਂ ਫੈਸਲੇ ਲਵਾਂਗੇ। ਉੱਥੇ ਉਹਨਾਂ ਨੇ ਨਾਅਰਾ ਦਿੱਤਾ ਮੁੱਠੀ ਭਰ ਚੌਲ ਲੈਣਗੇ, ਉਹ ਮੁੱਠੀ ਭਰ ਚੌਲ ਲੈਣਗੇ ਉੱਥੇ ਕਿਸਾਨਾਂ ਤੋਂ ਜੀ। JP ਨੱਡਾ ਸਾਹਿਬ BJP ਦੇ ਪ੍ਰਧਾਨ ਨੇ। ਹੁਣ ਕਿਉਂਕਿ ਦੇਖੋ ਪੱਛਮੀ ਬੰਗਾਲ 'ਚ ਵੀ ਬਹੁਤ ਵੱਡਾ ਕਿਸਾਨੀ ਵੋਟ ਬੈਂਕ ਹੈ ਔਰ BJP ਉੱਥੇ ਹੁਣੇ ਕਿਸਾਨਾਂ 'ਚ ਵੜ ਗਈ ਵੀ ਅਸੀਂ ਕਿਸਾਨਾਂ ਦੇ ਨਾਲ ਰਹੀਏ, ਉਹਨਾਂ ਤੋਂ ਚੌਲ ਲਈਏ। ਇਹ ਸਾਰੇ ਚੌਲ ਇਕੱਠੇ ਹੋ ਕੇ ਫਿਰ ਖਿਚੜੀ ਬਣਾਉਣ ਦਾ ਸਮਾਗਮ ਹੋਣਾ ਹੈ। ਸਾਂਝੇ ਚੌਲਾਂ ਦੀ ਫਿਰ ਖਿਚੜੀ ਬਣਨੀ ਹੈ, ਫਿਰ ਸਾਰਿਆਂ ਨੂੰ ਖਵਾਈ ਜਾਏਗੀ, ਜਿਹਦੇ ਨਾਲ ਇੱਕ ਸੁਨੇਹਾ ਜਾਏਗਾ ਕਿ BJP ਕਿਸਾਨਾਂ ਦੇ ਨਾਲ ਬਹੁਤ ਮੁਹੱਬਤ ਲਗਾਵ ਕਰਦੀ ਹੈ। ਪਰ ਜੇ 3 ਖੇਤੀ ਕਾਨੂੰਨ ਰੱਦ ਕਰ ਦੇ ਤੇ ਉਹ ਖਿਚੜੀ ਸਵਾਦੀ ਹੋ ਜਾਣੀ ਹੈ ਜੀ। BJP 3 ਖੇਤੀ ਕਾਨੂੰਨ ਰੱਦ ਕਰ ਦੇ ਤੇ ਖਿਚੜੀ ਸਵਾਦੀ ਹੋ ਜਾਣੀ ਹੈ। ਫਿਰ ਕੱਲੇ ਬੰਗਾਲ ਦੇ ਚੌਲ ਕਿਉਂ ਲੈਣੇ? ਫਿਰ ਪੰਜਾਬ ਵਾਲਿਆਂ ਨੇ ਟਰੱਕ ਭਰ ਕੇ ਚੌਲਾਂ ਦੇ ਛੱਡਿਆ ਨੇ। ਬਿਲਕੁਲ, ਝੋਨੇ ਦੇ ਉੱਥੇ ਲਾ ਦੇਣਗੇ ਪੰਜਾਬੀ ਢੇਰ, ਹੈ ਗਗਨ। ਬਿਲਕੁਲ। ਸੋ ਇਸ ਕਰਕੇ BJP ਦਾ ਸਿਆਸੀ ਏਜੰਡਾ ਹੈ, ਉਹਨਾਂ ਨੂੰ ਪਤਾ ਵੀ ਕਿਤੇ ਖੇਤੀ ਕਾਨੂੰਨਾਂ ਦਾ ਨੁਕਸਾਨ ਨਾ ਹੋ ਜੇ, ਇਸ ਕਰਕੇ ਅਸੀਂ ਕਿਸਾਨਾਂ 'ਚ ਇਹ ਯੋਜਨਾ ਬਣਾਈਏ। ਹੁਣ ਵੱਡੇ ਲੀਡਰ ਤੇ ਵਰਕਰ ਕਿਸਾਨਾਂ ਕੋਲੇ ਘਰ ਘਰ ਜਾ ਕੇ ਉਹਨਾਂ ਤੋਂ ਮੁੱਠੀ ਭਰ ਚੌਲ ਮੰਗਿਆ ਕਰਨਗੇ ਤੇ ਫਿਰ ਉਹ ਚੌਲ ਹੈ ਜਿਹੜੇ ਇੱਕ ਥਾਂ ਇਕੱਠੇ ਹੋਣਗੇ, ਬੋਰੀਆਂ 'ਚ ਪਾਉਣਗੇ, ਭਾਂਡਿਆਂ 'ਚ ਪਾਉਣਗੇ, ਫਿਰ ਖਿਚੜੀ ਬਣੂ ਜੀ। ਕੁਝ ਚੰਗਾ ਜਾਂ ਫਿਰ ਕੁੱਕ ਲੱਭਣਗੇ ਜਿਹੜਾ ਕੁੱਕ ਖਿਚੜੀ ਬਣਾਊ ਜੀ, ਸਿਆਸੀ ਕੁੱਕ ਜੀ। ਕੁੱਕ ਹੀ ਕਹਿੰਦੇ ਨੇ ਨਾ ਖਾਣਾ ਬਣਾਉਣ ਵਾਲੇ। ਬਿਲਕੁਲ। ਤੇ ਡਲਾ ਜੀ ਉਧਰ ਭਾਜਪਾ ਇੱਕ ਪਾਸੇ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੀ ਹੈ ਤੇ ਦੂਜੇ ਪਾਸੇ ਕੁਝ ਕੁ ਭਾਜਪਾ ਦੇ ਵਿਧਾਇਕ ਉਹ ਸੱਚਮੁੱਚ ਸਿਆਸੀ ਖਿਚੜੀ ਬਣਾ ਰਹੇ ਨੇ। ਬਿਆਨ ਬੜੇ ਖਤਰਨਾਕ ਆਉਂਦੇ ਨੇ ਉਹਨਾਂ ਦੇ ਕਿਸਾਨਾਂ ਨੂੰ ਲੈ ਕੇ। ਖਤਰਨਾਕ ਇਸ ਤਰੀਕੇ ਨਾਲ ਕਿ ਬਿਆਨ ਅਜਿਹੇ ਹੁੰਦੇ ਨੇ ਜਿਨ੍ਹਾਂ ਤੇ ਵਿਸ਼ਵਾਸ ਵੀ ਨਹੀਂ ਕਰ ਸਕਦੇ। ਮੈਂ BJP ਦੇ ਵਿਧਾਇਕ ਨੇ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਸੋਸ਼ਲ ਮੀਡੀਆ ਤੇ ਉਹਨਾਂ ਦਾ ਬਿਆਨ ਪੜ੍ਹ ਰਿਹਾ ਸੀ, ਉਹਨਾਂ ਦਾ ਨਾਮ ਮੈਂ ਲਿਖਿਆ ਮਦਨ ਦਿਲਾਵਰ, BJP ਦੇ MLA ਨੇ ਮਦਨ ਦਿਲਾਵਰ। ਇਹ ਦਿੱਲੀ ਕਿਹੜੀ ਥਾਂ ਤੋਂ ਨੇ? ਰਾਮਗੰਜ ਮੰਡੀ ਤੋਂ ਵਿਧਾਇਕ ਨੇ ਜੀ। ਇਹ ਕਹਿੰਦੇ ਵੀ ਕਿਸਾਨ ਉੱਥੇ ਚਿਕਨ ਖਾ ਰਹੇ ਨੇ, ਚਿਕਨ ਬਿਰਿਆਨੀ ਤੇ ਹੋਰ ਲਜ਼ੀਜ਼ ਖਾਣੇ ਖਾ ਰਹੇ ਨੇ ਕਿਸਾਨ। ਦੱਸੋ, ਇਹਨਾਂ ਦਾ ਇਲਜ਼ਾਮ ਹੈ। ਤੇ ਉੱਥੇ ਕਹਿੰਦੇ ਬਰਡ ਫਲੂ ਦਾ ਖਤਰਾ ਲਗਾਤਾਰ ਵੱਧ ਰਿਹਾ। ਦੇਖੋ ਪਹਿਲਾਂ ਇਹ ਕੋਵਿਡ ਦਾ ਕਹਿੰਦੇ ਸੀ ਵੀ ਦਿੱਲੀ ਨਾ ਕਿਸਾਨ ਆ ਜਾਣ, ਕੋਵਿਡ ਦਾ ਖਤਰਾ ਬਹੁਤ ਵੱਡਾ ਹੈ,
ਕੋਵਿਡ ਦੀਆਂ ਗਾਈਡਲਾਈਨਾਂ ਨਹੀਂ ਮੰਨ ਰਹੇ। ਤੇ ਲੈ ਦਿੱਲੀ 'ਚ ਸਾਡੇ ਕਿਸਾਨਾਂ ਦੇ ਧਰਨੇ ਤੋਂ ਬਾਅਦ ਗਗਨ ਕੋਵਿਡ ਘਟ ਗਿਆ ਦਿੱਲੀ 'ਚ, ਅੱਜ ਜਮਾਂ ਹੀ ਘਟ ਗਿਆ ਦਿੱਲੀ 'ਚ। ਸੋ ਧੰਨਵਾਦ ਕਰਨਾ ਚਾਹੀਦਾ ਤੁਹਾਨੂੰ, ਕੋਈ ਚੰਗੀਆਂ ਰੂਹਾਂ ਉੱਥੇ ਪੁੱਜੀਆਂ ਹੈ ਜੀ, ਸੱਚੇ ਸੁੱਚੇ ਹੱਕ ਦੀ ਹਲਾਲ ਦੀ ਕਮਾਈ ਕਰਨ ਵਾਲੇ, ਦੁਨੀਆ ਦਾ ਢਿੱਡ ਭਰਨ ਵਾਲੇ ਅੰਨਦਾਤੇ ਉੱਥੇ ਪੁੱਜੇ। ਸ਼ਾਇਦ ਕਿਸਾਨਾਂ ਦੇ ਦਿੱਲੀ 'ਚ ਪੈਰ ਪੈਣ ਨਾਲ ਹੀ ਕੁਦਰਤ ਨੇ ਸਾਥ ਦੇਤਾ ਕਿਸਾਨਾਂ ਦਾ ਜੀ, ਕੋਵਿਡ ਘਟ ਗਿਆ ਉੱਥੇ। ਹੁਣ ਇਹ ਵਿਧਾਇਕ ਨੇ ਕਹਿੰਦੇ ਬਰਡ ਫਲੂ ਫੈਲਣ ਦਾ ਖਤਰਾ, ਉਹ ਤਾਂ ਸਾਰੀ ਦੁਨੀਆ 'ਚ ਫੈਲੀ ਜਾਂਦਾ ਹੈ ਜੀ। ਬਿਲਕੁਲ। ਸੋ ਤੁਸੀਂ ਵੀ ਵਿਧਾਇਕ ਸਾਹਿਬ ਘਰ ਦੇ ਆਸੇ-ਪਾਸੇ ਨਿਗਾਹ ਮਾਰ ਕੇ ਰੱਖਿਆ ਕਰੋ, ਕਿਤੇ ਦੁਕਾਨ ਤੇ ਕੋਈ ਕੁੱਕੜ ਕੱਕੜ ਨਾ ਵੇਚਦਾ ਹੋਵੇ ਜੀ, ਹੈ ਨਹੀਂ। ਤੁਸੀਂ ਵੀ ਖਿਆਲ ਰੱਖੋ ਆਪਣਾ ਵਿਧਾਇਕ ਸਾਹਿਬ ਜੀ। ਤੇ ਨਾਲ ਹੀ ਡੱਲਾ ਜੀ, ਬ੍ਰਿਟੇਨ ਦੇ ਵਿੱਚੋਂ 100 ਮੈਂਬਰ ਪਾਰਲੀਮੈਂਟਾਂ ਤੇ ਸਾਈਨ ਕੀਤੀ ਚਿੱਠੀ ਦੀ ਬੜੀ ਚਰਚਾ ਹੈ, ਜਿਹਦੇ ਬਾਰੇ ਤਨਮਨਜੀਤ ਸਿੰਘ ਢੇਸੀ ਹੋਣਾ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਹੈ ਕਿ ਅਸੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਇਹ ਪੱਤਰ ਲਿਖ ਰਹੇ ਹਾਂ। ਉਹ ਪੱਤਰ 'ਚ ਕੀ ਚਰਚਾ ਖਾਸ? ਦੇਖੋ, ਇਹ ਬੜਾ ਭਾਵਨਾਤਮਕ ਚਿੱਠੀ ਲਿਖੀ ਗਈ ਹੈ ਗਗਨ। ਜੀ, 100 ਐਮਪੀਆਂ ਦੇ ਕਹਿੰਦੇ ਦਸਤਖਤ ਨੇ, ਕਿੱਡੀ ਵੱਡੀ ਗੱਲ ਹੈ। ਬ੍ਰਿਟਨ ਦੇ 100 ਮੈਂਬਰ ਪਾਰਲੀਮੈਂਟਾਂ ਨੂੰ ਚਿੰਤਾ ਹੈ ਕਿ ਪੰਜਾਬ 'ਚ ਕਿਸਾਨ ਅੰਦੋਲਨ ਕਰ ਰਹੇ ਨੇ। ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਨੂੰ ਕਿਹਾ, ਬੋਰਿਸ ਜੌਨਸਨ ਨੂੰ, ਕਿ ਤੁਸੀਂ ਜਦੋਂ ਵੀ ਨਰਿੰਦਰ ਮੋਦੀ ਉਹਨਾਂ ਨੂੰ ਮਿਲੋ, ਪਹਿਲਾਂ ਤਾਂ 26 ਜਨਵਰੀ ਤੇ ਉਹਨਾਂ ਨੇ ਆਉਣਾ ਸੀ, ਉਹ ਰੱਦ ਹੋ ਗਿਆ ਪ੍ਰੋਗਰਾਮ ਜੀ। ਉਹ ਕਹਿੰਦੇ ਜਦੋਂ ਵੀ ਤੁਸੀਂ ਨਰਿੰਦਰ ਮੋਦੀ ਉਹਨਾਂ ਨੂੰ ਮਿਲੋ ਤੇ ਜ਼ਰੂਰ ਕਿਸਾਨ ਅੰਦੋਲਨ ਦੀ ਹਮਾਇਤ ਕਰੋ, ਉਹਨਾਂ ਨੂੰ ਸੁਝਾਅ ਦਿਓ ਤਾਂ ਕਿ ਬਹੁਤ ਅਮਨੋ ਅਮਾਨ ਦੇ ਨਾਲ ਸਰਕਾਰ ਕਿਸਾਨੀ ਅੰਦੋਲਨ ਨੂੰ ਨਜਿੱਠੇ ਤੇ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਾਲ ਵਿਚਾਰ ਕਰੇ। ਉਹ ਦੇਖੋ, ਉਹਨਾਂ ਨੇ ਆਪਣੀਆਂ ਭਾਵਨਾਵਾਂ ਦਿਖਾਈਆਂ ਨੇ ਗਗਨ। ਔਰ ਮੈਨੂੰ ਲੱਗਦਾ ਜਿਹੜੇ ਬੋਰਿਸ ਜੌਨਸਨ ਨਹੀਂ ਆ ਰਹੇ, ਪਹਿਲਾਂ ਵੀ ਇਹਨਾਂ ਨੇ ਚਿੱਠੀ ਲਿਖੀ ਸੀ, ਉੱਥੋਂ ਦੇ ਐਮਪੀਆਂ ਦਾ ਦਬਾਅ ਹੈ। ਬੋਰਿਸ ਜੌਨਸਨ ਨੂੰ ਲੱਗਿਆ ਹੋਣਾ ਵੀ ਮੈਂ ਕਿਤੇ ਮੋਦੀ ਸਾਹਿਬ ਨੂੰ ਕਹਿ ਨਾ ਸਕਾਂ ਹੈ। ਕਈ ਵਾਰੀ ਹੁੰਦਾ ਨਾ ਵੀ ਲੀਡਰ ਦੇ ਪੈਰ ਭਾਰ ਨਹੀਂ ਚੱਲਦੇ, ਭਾਰ ਨਹੀਂ ਚੱਕਦੇ। ਕਈ ਵਾਰੀ ਉਹਨੂੰ ਲੱਗਿਆ ਹੋਣਾ ਵੀ ਮੈਂ ਇੱਕ ਦੂਸਰੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਕਿਵੇਂ ਕਹਾਂ ਕਿ ਉੱਥੋਂ ਦੇ ਅੰਦੋਲਨ ਦੇ ਵਿੱਚ ਆਹ ਗੱਲ। ਬੋਰਿਸ ਜੌਨਸਨ ਨੂੰ ਇਹ ਹੋਣਾ। ਫਿਰ ਦੂਜੇ ਪਾਸੇ ਉਹਨੂੰ ਇਹ ਵੀ ਚਿੰਤਾ ਹੋਣੀ ਵੀ ਜੇ ਮੈਂ ਨਾ ਕਿਹਾ ਤੇ ਜਿਹੜੇ ਸਾਡੇ ਇੱਥੇ ਐਮਪੀ ਹੈ ਇਹ ਮੇਰੀ ਸਿਆਸੀ ਕੁਰਸੀ ਤੇ ਬਟੇ ਮਾਰਨਗੇ ਜੀ। ਸੋ ਇਸ ਕਰਕੇ ਉਹਨਾਂ ਨੇ ਕਹਿਤਾ ਵੀ ਕੋਵਿਡ ਦਾ ਬਹਾਨਾ ਹੈ ਤੇ ਕਹਿ ਦਿਓ ਵੀ ਮੈਂ ਕੋਵਿਡ ਕਰਕੇ ਨਹੀਂ ਆ ਸਕਦਾ। ਸੋ ਉਹਨਾਂ ਨੇ ਤਾਂ ਆਪਣਾ ਪੱਲਾ ਛਡਾ ਲਿਆ ਇੱਕ ਤਰੀਕੇ ਨਾਲ। ਪਰ ਜਿਹੜੀ ਚਿੱਠੀ ਹੈ ਐਮਪੀਆਂ ਦੀ ਬੜੀ ਭਾਵਨਾਤਮਕ ਚਿੱਠੀ ਹੈ, ਉਹਨਾਂ ਦਾ ਧੰਨਵਾਦ ਸਾਰੇ ਕਿਸਾਨ ਕਰ ਰਹੇ ਨੇ। ਜੀ, ਬਿਲਕੁਲ। ਸੋ ਦੱਸਦੀ ਕਿ ਬੋਰਿਸ ਜੌਨਸਨ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੂੰ ਇਸ ਸੰਬੰਧ ਦੇ ਵਿੱਚ ਦੱਸਿਆ ਕਿ ਉਹ ਨਹੀਂ ਆ ਰਹੇ 26 ਜਨਵਰੀ ਦੇ, ਤੇ ਉਸੇ ਦੌਰਾਨ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਫਰਵਰੀ ਤੋਂ ਬਾਅਦ ਜੇਕਰ ਇਹ ਕੋਵਿਡ ਦੀ ਸਥਿਤੀ ਹੈ ਜਿਹੜੀ ਸ਼ਾਂਤ ਹੁੰਦੀ ਹੈ ਤਾਂ ਮੈਂ ਜ਼ਰੂਰ ਆ ਕੇ ਜਾਵਾਂਗਾ। ਸੋ ਉਮੀਦ ਕਰਦੇ ਹਾਂ ਕਿ ਜੇਕਰ ਉਦੋਂ ਤੱਕ ਹੋ ਸਕਦਾ ਕਿ ਖੇਤੀ ਅੰਦੋਲਨ ਸਮਾਪਤ ਹੋ ਜਾਵੇ ਤੇ ਉਦੋਂ ਉਹ ਆਉਣ ਤੇ ਬੜੇ ਵਧੀਆ ਤਰੀਕੇ ਨਾਲ ਸਾਡੇ ਕਿਸਾਨ ਵੀ ਉਹਨਾਂ ਦਾ ਸਵਾਗਤ ਕਰਨਗੇ। ਸੋ ਡੱਲਾ ਜੀ, ਅੱਜ ਦੀ ਚਰਚਾ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।